परम पिता परमात्मा सावण कृपाल ਦੇ ਚਰਨਾਂ ਦੇ ਵਿੱਚ ਨਮਸਕਾਰ ਹੈ। ਇਹ ਵੀ ਸਾਨੂੰ ਪਤਾ ਹੀ ਹੈ ਕਿ ਸਾਡੀ ਜ਼ਬਾਨ ਹੀ ਜੀਵਾਂ ਦੀ ਕਹਿੰਦੀ ਹੈ, ਅੰਦਰੋਂ ਮਨ ਕਿਸੇ ਹੋਰ ਪਾਸੇ ਫਿਰਦਾ ਹੁੰਦਾ ਹੈ। ਸੱਚੀ ਨਮਸਕਾਰ, ਸੱਚਾ ਧੰਨਵਾਦ। ਜਦ ਅਸੀਂ ਸਿਮਰਨ ਦੇ ਜ਼ਰੀਏ ਨੌ ਦੁਆਰੇ ਖਾਲੀ ਕਰਕੇ ਉਸ ਆਵਾਜ਼ ਸ਼ਬਦ ਦੇ ਨਾਲ ਜੋ ਸੱਚਖੰਡ ਤੋਂ ਉੱਠ ਕੇ ਕਣ ਕਣ ਦੇ ਵਿੱਚ ਵਿਆਪਕ ਹੈ, ਜਿਹੜੀ ਸਾਰੇ ਸੰਸਾਰ ਨੂੰ ਸਤਾ ਦੇ ਰਹੀ ਹੈ, ਉੱਥੇ ਜਾ ਕੇ ਜੁੜ ਨਹੀਂ ਜਾਂਦੇ। ਕਿਉਂਕਿ ਸੱਚਾ ਪਿਆਰ, ਸੱਚੀ ਇੱਜ਼ਤ ਗੁਰੂ ਵਾਸਤੇ ਉੱਥੇ ਹੀ ਉਤਪੰਨ ਹੁੰਦੀ ਹੈ। ਪਹਿਲਾਂ ਤਾਂ ਜੇ ਕਿਸੇ ਨੇ ਸਿਫਤ ਕਰਤੀ ਮਹਾਤਮਾ ਦੀ ਤਾਂ ਅਸੀਂ ਭਾਵਕ ਹੋ ਜਾਂਦੇ ਹਾਂ, ਬੜਾ ਅੱਛਾ ਹੈ। ਜੇ ਦੋ ਆਦਮੀਆਂ ਨੇ ਰਲ ਕੇ ਨਿੰਦਿਆ ਕਰ ਦਿੱਤੀ ਤਾਂ ਅਸੀਂ ਆਪਣਾ ਦਿਲ ਹੀ ਉਧਰੋਂ ਤੋੜ ਲੈਂਦੇ ਹਾਂ। ਲੇਕਿਨ ਸੱਚੀ ਇੱਜ਼ਤ, ਸੱਚਾ ਪਿਆਰ, ਸੱਚਾ ਭਰੋਸਾ ਉਦੋਂ ਹੀ ਹੁੰਦਾ ਹੈ ਜਦ ਅਸੀਂ ਅੰਦਰ ਜਾ ਕੇ ਉਸ ਸੱਚਾਈ ਨੂੰ ਅੱਖਾਂ ਨਾਲ ਦੇਖ ਲੈਂਦੇ ਹਾਂ। ਫਿਰ ਵੀ ਕੁਛ ਨਾ ਕੁਛ ਅਸੀਂ ਬਾਹਰੋਂ ਵੀ ਅੱਛੀ ਤਰ੍ਹਾਂ ਸਮਝ ਲੈਂਦੇ ਹਾਂ। ਤੁਹਾਨੂੰ ਪਤਾ ਹੈ ਕਿ ਸੰਸਾਰ ਦੇ ਵਿੱਚ ਸੂਰਜ ਚੜ੍ਹਦਾ ਹੈ, ਉਹ ਹਰ ਜੀਵ ਜੰਤੂ ਨੂੰ ਪ੍ਰਕਾਸ਼ ਦਿੰਦਾ ਹੈ। ਪਰ ਉੱਲੂ ਵੀ ਇੱਕ ਐਸੇ ਹੈ ਜਿਹੜੇ ਉਹ ਸੂਰਜ ਦੇ ਪ੍ਰਕਾਸ਼ ਨੂੰ ਦੇਖ ਨਹੀਂ ਪਾਉਂਦੇਗੇ, ਕਿਉਂਕਿ ਉਹਨਾਂ ਦੀ ਘਾੜਤੀ ਅੱਖਾਂ ਦੀ ਐਸੀ ਘੜੀ ਹੋਈ ਹੈ, ਉਹਨਾਂ ਦੇ ਵੱਸ ਦੀ ਖੇਡ ਨਹੀਂ। ਅੱਖਾਂ ਨਾਲ ਐਂ ਲੱਗੇਗਾ ਵੀ ਬੜਾ ਅੱਛੀ ਤਰ੍ਹਾਂ ਵੇਖਦੇ ਆ, ਅੱਖ ਉੱਲੂ ਦੀ ਮੋਟੀ ਹੁੰਦੀ ਹੈ। ਲੇਕਿਨ ਕੁਦਰਤ ਨੇ ਘਾੜਤ ਐਸੀ ਘੜੀ ਹੋਈ ਹੈ ਕਿ ਜਿਹੜੀ ਉਹ ਦੇਖ ਨਹੀਂ ਸਕਦੇ ਵਿਚਾਰੇ। ਇਸੇ ਤਰ੍ਹਾਂ ਮਨਮੁਖ ਉੱਲੂ ਨੂੰ ਕਿਹਾ ਗਿਆ ਹੈ। ਮਹਾਤਮਾ ਚਤਰਦਾਸ ਨੇ ਕਿਹਾ ਸੀ, ਇੱਕ ਦਿਨ ਸਭਾ ਉੱਲੂਆਂ ਲਾਈ, ਬੈਠੇ ਮਿਲ ਨਰ ਨਾਰੀ ਜੀ, ਕੋਈ ਆਖੇ ਸੂਰਜ ਨਾਹੀ, ਕੌਣ ਕਰੇ ਉਜਿਆਰੀ ਜੀ। ਉੱਲੂਆਂ ਦੀ ਸਭਾ ਕੀ ਮਨਮੁਖਾਂ ਦੀ ਸਭਾ ਲੱਗੀ ਹੋਈ ਸੀਗੀ। ਮਨਮੁਖ ਕੀ ਸੋਚਦੇ ਹੈ? ਸਭ ਤੋਂ ਪਹਿਲਾਂ ਇਹ ਕਹਿਣਗੇ ਕਿ ਸਾਨੂੰ ਕੋਈ ਬਣਾਉਣੇ ਵਾਲਾ ਹੀ ਹੈ ਨਹੀਂਗਾ, ਕੋਈ ਪ੍ਰਮਾਤਮਾ ਹੀ ਹੈ ਨਹੀਂਗਾ। ਤਾਂ ਉਹਦੇ ਮਗਰ ਮਨਮੁਖ ਸਾਰੇ ਬੋਲ ਜਾਂਦੇ ਹੈ। ਤਾਂ ਮਹਾਤਮਾ ਚਰਨਦਾਸ ਕਹਿੰਦੇ, ਇੱਕ ਦਿਨ ਸਭਾ ਉੱਲੂਆਂ ਲਾਈ, ਬੈਠੇ ਮਿਲ ਨਰ ਨਾਰੀ ਜੀ, ਵਾਰੋ ਵਾਰੀ ਸਭੇ ਬੋਲੇ, ਕਰ ਕਰ ਸੋਚ ਵਿਚਾਰੀ ਜੀ। ਉਹਨਾਂ ਵਿੱਚ ਇੱਕ ਵੱਡਾ ਉੱਲੂ, ਬਾਣੀ ਉਸ ਉਚਾਰੀ ਜੀ। ਵੱਡਾ ਉੱਲੂ ਕੌਣ ਹੈ? ਜਿਹਨੇ ਸਾਰੀ ਦੁਨੀਆ ਦਾ ਇਲਮ ਤਾਂ ਖੋਜ ਲਿਆ ਪਰ ਆਪਣਾ ਅੰਦਰ ਨਾ ਖੋਜਿਆ। ਕਿਉਂਕਿ ਜੇ ਇਲਮ ਤੇ ਤੁਸੀਂ ਅਮਲ ਨਾ ਕਰੋਗੇ ਤਾਂ ਪਿਆਰੇ ਤੁਹਾਨੂੰ ਕੀ ਪਤਾ ਹੈ। ਗੁਰੂ ਨਾਨਕ ਨੇ ਮਿਸਾਲ ਦਿੱਤੀ ਹੈ ਕਿ ਕੜਛੀਆਂ ਹਲਵੇ ਵਿੱਚ ਫਿਰਦੀਆਂ ਹੁੰਦੀਆਂ ਹਨ, ਲੇਕਿਨ ਉਹ ਹਲਵੇ ਦੇ ਸਵਾਦ ਤੋਂ ਸੁਣੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਜਿਹੜੇ ਗਿਆਨੀ ਜਾਂ ਪੰਡਿਤ ਲੋਕ ਹਨ, ਇਹ ਉਸ ਕੜਛੀਆਂ ਦੀ ਤਰ੍ਹਾਂ ਹੁੰਦੇ ਹੈ। ਆਪ ਤਾਂ ਖੂਬ ਉਹਨਾਂ ਬਗੀਚਿਆਂ ਮਹਾਤਮਾ ਦੇ ਗ੍ਰੰਥਾਂ ਦਾ ਅਧਿਐਨ ਕਰਦੇ ਹੈ, ਲੋਕਾਂ ਨੂੰ ਤਾਂ ਉਪਦੇਸ਼ ਕਰਦੇ ਹੈ, ਲੇਕਿਨ ਖੁਦ ਨਹੀਂ ਸਮਝਦੇਗੇ। ਇਸ ਵਾਸਤੇ ਬਾਣੀ ਉਸ ਉਚਾਰੀ ਜੀ। ਵੱਡਾ ਉੱਲੂ ਉਹ ਜ਼ਿਆਦੇ ਉਹ ਲੱਗਿਆ, ਕਹਿਣ ਲੱਗਾ, ਨਹੀਂ ਅੱਜ ਤੱਕ ਸੂਰਜ ਹਮ ਨਹੀਂ ਡਿੱਠਾ, ਵੱਡੀ ਉਮਰ ਹਮਾਰੀ ਜੀ। ਉਹ ਕਹਿੰਦਾ ਹੈ ਜੇ ਸੂਰਜ ਹੁੰਦਾ, ਜੇ ਰੱਬ ਹੁੰਦਾ, ਪਰਮਾਤਮਾ ਹੁੰਦਾ, ਮੈਂ ਬੜੇ ਗ੍ਰੰਥ ਪੜ੍ਹੇ ਆ, ਉਹਦੇ ਵਿੱਚ ਉਹ ਹੁੰਦਾ ਨਾ। ਤੋ ਇੱਕ ਹੰਸ ਟੀਸੀ ਪਰ ਬੈਠਾ, ਉੱਥੇ ਕੋਈ ਹੰਸ ਵੀ ਵਿਚਾਰਾ ਬੈਠਾ ਸੀਗਾ। ਬਾਣੀ ਉਸ ਉਚਾਰੀ ਜੀ, ਹੈ ਪ੍ਰਭਾਤ ਦੇਖ ਲੋ ਸਾਰੇ, ਲੱਖਾਂ ਕਿਰਨ ਪਸਾਰੀ ਜੀ। ਉਹ ਕਹਿੰਦਾ, ਭਲੇ ਲੋਕੋ, ਦਿਨ ਚੜ੍ਹਿਆ ਹੈ, ਦੁਪਹਿਰਾ ਹੈ, ਕਿੰਨੀਆਂ ਕਿਰਨਾਂ ਜ਼ਮੀਨ ਤੇ ਪੈਂਦੀਆਂ ਹਨ। ਕਿ ਹੰਸ ਕੌਣ ਹੈ? ਉਹ ਗੁਰਮੁਖ ਹੈ, ਜਿਹੜਾ ਅੱਖਾਂ ਨਾਲ ਆਪਦੇ ਅੰਦਰ ਉਸ ਪ੍ਰਭੂ ਦੇ ਦਰਸ਼ਨ ਕਰਦਾ ਹੈ। ਸਾਨੂੰ ਵੀ ਕਹਿੰਦਾ ਹੈ ਕਿ ਪਿਆਰਿਓ, ਸਿਰਫ ਅੱਖਾਂ ਹੀ ਅੰਦਰਲੇ ਪਾਸੇ ਬਾਹਰੋਂ ਬੰਦ ਕਰਕੇ ਖੋਲੋ, ਤੁਸੀਂ ਖੁਦ ਉਸ ਸੱਚਾਈ ਨੂੰ ਦੇਖੋ। ਹੈ ਪ੍ਰਭਾਤ ਦੇਖ ਲਓ ਸਾਰੇ। ਉਹ ਕਹਿੰਦਾ ਤੁਸੀਂ ਸਾਰੇ ਹੱਕਦਾਰ ਹੋ। ਉਹ ਪਰਮਾਤਮਾ ਸਾਰਿਆਂ ਦਾ ਹੀ ਹੈ, ਮਨਮੁਖਾਂ ਦਾ ਹੈ, ਗੁਰਮੁਖਾਂ ਦਾ ਹੈ, ਹਿੰਦੂਆਂ ਦਾ ਹੈ, ਮੁਸਲਮਾਨਾਂ ਦਾ ਹੈ, ਪੜ੍ਹਿਆਂ ਦਾ, ਅਣਪੜ੍ਹਿਆਂ ਦਾ, ਉਹ ਸਾਰਿਆਂ ਦਾ ਹੀ ਹੈ ਪ੍ਰਭਾਤ ਦੇਖ ਲੋ ਸਾਰੇ, ਲੱਖਾਂ ਕਿਰਨ ਪਸਾਰੀ ਜੀ।
ਜਦੋਂ ਉਹਨੇ ਇਹ ਗੱਲ ਕਹੀ ਤਾਂ ਫੇਰ ਕੀ ਸੀਗਾ, ਹੁਣ ਉਹ ਸਭਾ ਸਾਰੀ ਉੱਲੂਆਂ ਦੀ, ਸਾਰੇ ਉੱਲੂ ਬੈਠੇ ਸੀਗੇ, ਤੋ ਉੱਲੂ ਸਭ ਟੈਂ ਟੈਂ ਕਰ ਹੱਸੇ, ਵੇਖ ਕੀ ਬੋਲਦਾ ਹੈ, ਕਦੇ ਬੰਦੇ ਦੇ ਅੰਦਰ ਵੀ ਪ੍ਰਮਾਤਮਾ ਹੋਇਆ। ਉੱਲੂ ਸਭ ਟੈਂ ਟੈਂ ਕਰ ਹੱਸੇ, ਹੰਸ ਮੋਹਨ ਤਬ ਧਾਰੀ ਜੀ। ਤੋ ਸੰਤ ਜਦੋਂ ਇਸ ਸੰਸਾਰ ਦੇ ਵਿੱਚ ਆਉਂਦੇ ਆ, ਫਿਰ ਉਹ ਚੁੱਪ ਕਰਕੇ ਆਪਣਾ ਵਕਤ ਲੰਘਾਉਂਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਜਿਹੜਾ ਆਦਮੀ ਕੌਡੀਆਂ ਦਾ ਵਣਜ ਕਰਕੇ ਖੁਸ਼ ਹੈ, ਉਹਨੂੰ ਤੁਸੀਂ ਕਿਉਂ ਗੁੱਸਾ ਮੁੱਲ ਲੈਂਦੇ ਹੋ? ਅਗਰ ਉਹਨੂੰ ਲਾਲਾਂ ਦਾ ਵਣਜ ਦੱਸਦੇ ਹੋ, ਉਹ ਗੁੱਸੇ ਹੁੰਦਾ ਹੈ। ਹੁਣ ਸੰਤ ਇਹ ਸੰਸਾਰ ਦੇ ਵਿੱਚ ਆ ਕੇ ਖਾਮੋਸ਼ੀ ਤੋਂ ਕੰਮ ਲੈਂਦੇ ਹੈ, ਚੁੱਪ ਤੋਂ ਕੰਮ ਲੈਂਦੇ ਹੈ। ਗੁਰੂ ਨਾਨਕ ਨੇ ਵੀ ਕਿਹਾ ਸੀ, ਚੁੱਪ ਰਹਾ ਤਾਂ ਆਖੀਏ ਇਹ ਘਟਨਾ ਹੀ ਮਤ। ਫਿਰ ਚੁੱਪ ਕਰਿਆ ਨੂੰ ਗੁਰੂ ਨਾਨਕ ਕਹਿੰਦਾ ਵੀ ਕਿਹੜਾ ਇਹ ਲੋਕ ਛੱਡਦੇ ਹੈ। ਫਿਰ ਕਹਿੰਦੇ ਇਹਨੂੰ ਆਉਂਦਾ ਨਹੀਂ ਕੁਛ। ਜੇ ਮੈਂ ਬੋਲਦਾ ਤੇ ਕਹਿੰਦੇ ਕਿਵੇਂ ਪਿੰਡ ਪਿੰਡ ਇਹ ਬੋਲਦਾ ਫਿਰਦਾ ਹੈ। ਜੇ ਮੈਂ ਬੈਠ ਜਾਇਆ ਹੈ ਤੇ ਫਿਰ ਕਹਿੰਦੇ ਵੇਖ ਬੈਠਾ ਸੱਥਰ ਘੱਤ, ਕੋਈ ਮਰ ਗਿਆ ਹੈ, ਰੋਜ਼ ਬੈਠਾ ਰਹਿੰਦਾ ਚੌਂਕੜੀ ਲਾ ਕੇ। ਤੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਾਈ ਗਲੀ ਨਾ ਨਾਵੇ ਕਿੱਥੇ ਕੱਢਾਂ ਝੱਟ। ਕੋਈ ਹੈ ਗਲੀ ਸੰਤਾਂ ਵਾਸਤੇ? ਕਹਿੰਦਾ ਵੀ ਕਿੱਥੇ ਝੱਟ ਕੱਢਾਂ। ਫਿਰ ਕਹਿੰਦੇ ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ। ਉਹ ਕਹਿੰਦੇ ਦੁਨੀਆ ਆਪ ਦਾ ਜੋ ਕੁਛ ਬਕਦੀ ਹੈ ਬਕੀ ਜਾਣ ਦਿਓ, ਤੁਸੀਂ ਆਪ ਦਾ ਰਸਤਾ ਨਾ ਛੱਡੋ। ਤੁਹਾਨੂੰ ਤਾਂ ਪਤਾ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ। ਇਸ ਵਾਸਤੇ ਸੰਤ ਆ ਕੇ ਸਾਨੂੰ ਨਾ ਉਹ ਕੋਈ ਨਵੀਂ ਕੌਮ ਬਣਾਉਣ ਵਾਸਤੇ ਆਉਂਦੇ ਹੈ, ਨਾ ਪਹਿਲੀਆਂ ਬਣੀਆਂ ਉਹ ਤੋੜਨ ਵਾਸਤੇ ਆਉਂਦੇ ਹੈ। ਸੰਤ ਮਹਾਤਮਾ ਤਾਂ ਸਾਨੂੰ ਬੜੇ ਪਿਆਰ ਨਾਲ ਦੱਸਦੇ ਹੈ ਕਿ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ, ਉਹ ਸਿਰਫ ਸਾਡੇ ਮਨ ਦੀ ਹੈ। ਮਨ ਜਿਹੜਾ ਹੈ ਇਹ ਕੋਈ ਛੋਟੀ ਜੀ ਤਾਕਤ ਨਹੀਂ, ਇਹ ਬ੍ਰਹਮ ਦੀ ਅੰਸ਼ ਹੈ, ਉਹਦਾ ਕਮਾਂਡਰ ਇਨ ਚੀਫ ਹੈ। ਬੜੇ ਬੜੇ ਰਿਖੀਆਂ ਮੁਨੀਆਂ ਨੂੰ ਹੱਡੀਆਂ ਦਾ ਢੇਰ ਇਹਨੇ ਕਰ ਦਿੱਤਾ ਹੈ। ਮਤਾ ਦਿਲ ਦੇ ਵਿੱਚ ਖਿਆਲ ਹੋਵੇ ਕਿ ਉਹ ਰਿਖੀ ਮੁਨੀ ਸ਼ਾਇਦ ਕਮਜ਼ੋਰ ਦਿਲ ਵਾਲੇ ਸਨ ਜਾਂ ਉਹਨਾਂ ਵਿੱਚ ਕੋਈ ਐਬ ਸਨ। ਨਹੀਂ, ਜਦ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਲੱਗਦਾ ਹੈ, ਮਨ ਵੀ ਜਿਹੜਾ ਹੈ ਕਾਲ ਦਾ ਏਜੰਟ ਹੈ। ਕਾਲ ਤਾਂ ਜਦੋਂ ਤੁਸੀਂ ਜਾ ਕੇ ਅੰਦਰ ਦੇਖੋਗੇ ਉਦੋਂ ਹੀ ਪਤਾ ਲੱਗੇਗਾ ਕਿ ਕਿੱਡਾ ਵਿਸ਼ਾਲ ਹੈ। ਉਹ ਮਨ ਦਾ ਨਹੀਂ ਅਸੀਂ ਮੁਕਾਬਲਾ ਕਰ ਸਕਦੇ ਕਿ ਤੋ ਮਨ ਆਪਦੇ ਸਾਰੇ ਹਥਿਆਰ ਲੈ ਕੇ ਉਹ ਸਾਡੇ ਉਦਾਲੇ ਹੋ ਜਾਂਦਾ ਹੈ। ਮਨ ਦੇ ਕੀ ਹਥਿਆਰ ਹੈ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਅਹੰਕਾਰ ਹੈ। 25 ਪ੍ਰਕਿਰਤੀਆਂ ਹਨ। ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ। ਇਹ ਆਤਮਾ ਇੱਕ ਹੈ, ਅਨੇਕਾਂ ਇਸ ਦੇ ਦੁਸ਼ਮਣ ਬੈਠੇ ਹੈ। ਆਸ਼ਾ ਹੈ, ਤ੍ਰਿਸ਼ਨਾ ਹੈ, ਕਿਸੇ ਨਾ ਕਿਸੇ ਨੂੰ ਇਹਨੇ ਆਪਦੇ ਉਦਾਲੇ। ਇਹ ਸਾਰੀਆਂ ਇਸ ਮਨ ਦੀਆਂ ਫੌਜਾਂ ਹੈ। ਅਜੇ ਮਨ ਤਾਂ ਜਦੋਂ ਤੁਸੀਂ ਅੰਦਰ ਜਾਓਗੇ ਫਿਰ ਮਨ ਦਾ ਸਾਹਮਣਾ ਕਰਨਾ ਪਏਗਾ। ਤੋ ਪਿਆਰੇ, ਇਹ ਤਾਂ ਮਨ ਦੀਆਂ ਅਜੇ ਫੌਜਾਂ ਹੀ ਹਨ। ਇਹ ਉਸਦੇ ਕਰਿੰਦੇ ਹੈ। ਇਸ ਵਾਸਤੇ ਆਪ ਪਿਆਰ ਨਾਲ ਸੰਤ ਆ ਕੇ ਸਾਨੂੰ ਦੱਸਦੇ ਹੈ ਕਿ ਉਹਨਾਂ ਦਾ ਸੰਦੇਸ਼ ਕੀ ਲੈ ਕੇ ਆਉਂਦੇ ਹੈ। ਉਹ ਸਭ ਕੁਛ ਮਨ ਨੂੰ ਹੀ ਸਮਝਾਉਣ ਵਾਸਤੇ ਆਉਂਦੇ ਹੈ ਕਿ ਦੇਖ ਪਿਆਰਿਆ, ਤੇਰਾ ਘਰ ਬਰਮ ਹੈ, ਉਹ ਵੀ ਸੁੱਖ ਦਾ ਦੇਸ਼ ਹੈ। ਅਗਰ ਜੇ ਤੂੰ ਆਪਦੇ ਘਰੇ ਜਾਵੇਂ, ਤੂੰ ਵੀ ਸ਼ਾਂਤੀ ਨਾਲ ਰਹਿ ਸਕਦਾ ਹੈ। ਤੋ ਜੇ ਅਸੀਂ ਇਹ ਕਹੀਏ ਕਿ ਅਸੀਂ ਬਾਹਰੋਂ ਮਨ ਨੂੰ ਕੋਈ ਥੋੜੀ ਬਹੁਤੀ ਪੜ੍ਹ ਲਿਖ ਕੇ ਕਰ ਲਾਂਗੇ, ਕਹਿਣ ਲੱਗੇ ਨਹੀਂ। ਰਿਖੀਆਂ ਮੁਨੀਆਂ ਨੇ ਬੜਾ ਜ਼ੋਰ ਲਾਇਆ, ਉਹ ਸੂਰਮੇ ਸਨ। ਇੰਨੀ ਤਪੱਸਿਆ ਤੁਸੀਂ ਦੇਖ ਲਓ, ਕਰਨੀ ਕੋਈ ਆਸਾਨ ਹੈ? ਤੁਸੀਂ ਘੰਟਾ ਅਭਿਆਸ ਤੇ ਬੈਠਦੇ ਹੋ, ਕਿੰਨੀਆਂ ਸ਼ਿਕਾਇਤਾਂ ਕਰਦੇ ਹੋ। ਰਿਖੀਆਂ ਮੁਨੀਆਂ ਨੇ 60 ਸਾਲ 84 ਬਰਸ ਉਹਨਾਂ ਨੇ ਤਪ ਕੀਤਾ, ਕਠਿਨ ਸਾਧਨਾ ਸਾਧੀ। ਮੈਂ ਬਹੁਤ ਸਾਰੇ ਸਾਧਨ ਕਰਕੇ ਦੇਖਿਆ, ਸਾਧਨ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾਗਾ, ਬੜੀ ਮੁਸ਼ੱਕਤ ਹੁੰਦੀ ਹੈ। ਇਹ ਭੁੱਖ ਪਿਆਸ ਅਤੀ ਸਹਿਣੀ ਪੈਂਦੀ ਹੈ। ਤੋ ਕੀ ਸੀ, ਉਹਨਾਂ ਨੂੰ ਕੋਈ ਪੂਰਨ ਗੁਰੂ ਨਾ ਮਿਲਿਆ ਜਿਹੜਾ ਉਹਨਾਂ ਨੂੰ ਭੇਦ ਦੱਸ ਸਕਦਾ, ਅੰਦਰ ਮਦਦ ਕਰ ਸਕਦਾ ਕਿ ਮਨ ਨੂੰ ਬਈ ਕਿਵੇਂ ਵਸ ਕਰਨਾ ਹੈ, ਮਨ ਦੀ ਕਿਹੜੀ ਦਵਾਈ ਹੈ।
क्योंकि सर्प जिहड़ा है सानू पता है ਉਹਦੇ ਵਿੱਚ कितनी ਜ਼ਹਿਰ ਹੁੰਦੀ है। मामूली मूँह ला जावे तो बंदे नूं मौत दा टिकट उदों ही दे दिंदा है। लेकिन जिहड़े सपेरे लोग हुंदे है वो उस दी कमजोरी नूं जाणदे है। सब तो पहला ऐसा राग अलापदे है जिहदे उत्ते जिहड़ा सप है वो मस्त हो जाता है। फिर एक ऐसी बूटी दवाई है जिहड़ी उहदे दंदां नूं लांदे है, वो खट्टे हो जाते हैं। उस तो मगरों उन्हां नूं वो निकाल दिंदे है। सारी जिंदगी वास्ते सप जिहड़ा है वो हार्मलैस हो जाता है। डंग दी मारन दी ਜ਼ਹਿਰ दी थैली कढ़ दिंदे है ते सपेरे लोग गलां विच पाई फिरदे है। सप जिउंदा है, पूरी हरकत है, लेकिन वो जिहड़ी गंदी आदत सी ਉਹਦੇ अंदर तपश सी ਜ਼ਹਿਰ दी। सर्प उदों ही डंग मारदा है जदों ਉਹਨੂੰ तपश अंदरों ਜ਼ਹਿਰ जिहड़ी है गर्म हुंदी है। इसे वास्ते चंदन दे नाल जाके लिपटदे है आपदी ਜ਼ਹਿਰ ਨੂੰ दूर करन वास्ते। तो साडे अंदर किहड़ा सप है वो मन है। वो मन दी जदों ਜ਼ਹਿਰ सानू तंग करदी है, असीं उस नूं ठंडे करन वास्ते ਜਿਹੜੀ ਦਵਾਈ ਨਾਲ ਉਹ ਠੰਡਾ ਹੁੰਦਾ ਹੈ ਉਹ ਤਾਂ ਲੈਂਦੇ ਨਹੀਂ ਗੇ। ਅਸੀਂ ਫਿਰ ਸਰੀਰਕ ਕਿਰਿਆ ਕਰਦੇ ਹਾਂ ਵੀ ਸ਼ਾਇਦ ਇਹਦੇ ਨਾਲ ਹੀ ਠੰਡਾ ਹੋ ਜਾਏਗਾ। ਜਿੰਨੇ ਅਸੀਂ ਇਹਨੂੰ ਫਿਰ ਭੋਗ ਦਿੰਦੇ ਹਾਂ ਠੰਡਾ ਕਰਨ ਵਾਸਤੇ, ਓਨੀ ਇਹਦੇ ਵਿੱਚ ਅੱਗ ਹੋਰ ਜ਼ਿਆਦਾ ਮੱਚ ਪੈਂਦੀ ਹੈ। ਤੋ ਸੰਤ ਉਹ ਗਾਰੜੂ ਹੁੰਦੇ ਆ, ਜਿਵੇਂ ਗਾਰੜੂ ਸੱਪ ਨੂੰ ਫੜ ਲੈਂਦਾ ਹੈ, ਉਹਦੇ ਕੋਲੇ ਉਹ ਮੰਤਰ ਹੁੰਦਾ ਹੈ। इस वास्ते आप संत जो कुछ दसन वास्ते आउंदे है वो मन नूं वस करन वास्ते कि मन नूं उस ठिकाने ते पहुंचाओ। किवें पहुंचाओगे भी ये लज्जत दा आशिक है। दुनिया दे विच इहनूं कौन खिच के लिया? लज्जतां, शराब, कबाब, विषे बकार, ये सब लज्जतां हन। जे असीं इस तो उच्ची सुच्ची लज्जत दे दईए तो मन जिहड़ा है अपने आप ही बिन्या जाता है। कोई बैगर है, मंगता है, भिखारी है, वो बेचारा कौड़ियां मंगता फिरदा है, थोड़े थोड़े दाने मंगता फिरदा है, पैसा पैसा मंगता फिरदा है। अगर आपां उस दी वो जिहड़ी दिन भर की कमाई है, मंग है, उहनूं खोईए तो वो मਰਨ मारन ते हो जाएगा। थोड़े कीतियां वो देवेगा नहीं। जे आपां उहदे हत्थ विच डॉलर या पाउंड दे दिए, सिर्फ पकड़ाउण दी देर है, वो जिहड़ी उहदे दाणियां वाली कौडियां वाली मुठ अपने आप ही ढिली हो जाएगी। तो संत कहते हैं तुसीं मन नूं शब्द नाम दी लज्जत दे दिओ, तुहाडा जिहड़ा अंदरों दृष्टिकोण है खुद ही बदल जाएगा। पहला पहला मन नूं जिवें कोई पागल है। मैं एक पागल दे नाल 20 साल रहा सीगा, वो महाराज सावण सिंह दा नाम लेवा सीगा। मेरे पास आके उस मन नूं शांति आई। वो किवें आई? पहला उसने कतल कीता सी प्यारिओ, तो आम बौरियां दी तरह फिरदा हुंदा सीगा। लेकिन जिस दिन मेरे नाल मिलाप होया, उन्हें मेरे अगे नमस्कार की, कहता मैनू शांति है। मैं उहदा इसे थां ही नहीं भी चलो शांति है उहदा खड़ा छड्डिया, बल्कि साडे पंजाब दे विच होर भी कई प्रेमियां नूं पता है कि तपे वालियां दी दवाई बड़ी मशहूर सी, बठिंडे दे अंदर वेचदे आ। वो पागलों वास्ते बड़ी हसी सी। उसने मैनू दसिया कि किस तरह गंदा खून मग विच हो जाता है, तो उस नूं कढ़ा के सिंगी दे नाल आ दवाई 40 दिन खवा दिओ। तो मैं लालगढ़ तो सिंगी लाउण वाला सीगा, उस बंदे नूं लिआंदा, उस नूं काफ़ी अच्छे कपड़े दिते, भी बजुर्ग आदमी है, ਇਹਦੇ ਸਿੰਗੀ वगैरह, क्योंकि तालूए ਦੇ ਵਿੱਚ ਜਾਣਕਾਰ ਬੰਦੇ ਤੋਂ ਸਿੰਗੀ ਲਵਾਈ ਜਾਂਦੀ ਹੈ, ਵੀ ਇਹਦਾ ਅੱਛੀ ਤਰ੍ਹਾਂ ਇਲਾਜ ਕਰਨਾ ਹੈ। खैर उसने बड़ा प्रेम प्यार नाल ਉਹਦਾ ਇਲਾਜ ਕੀਤਾ। ਪਹਿਲਾਂ ਉਹ ਵਿਰੋਧ ਕਰਦਾ ਸੀ, ਡੰਡੇ ਮਾਰਨ ਆਉਂਦਾ ਸੀਗਾ,
लेकिन जब बिल्कुल ठीक हो गया, 40 दिनों की बजाय 20 दिन चो ठीक हो गया, फिर उही आदमी मेरी सिफत करन लग्या, आखे मेरे सिर ते हाथ धरो। बल्कि साडे वड वडेरियां दी, क्योंकि साडा जिहड़ा राजे करण दी औलाद दे विचों साडा पिछा है, तो सब नूं पता कि राजा करण जिहड़ा सी वो दान करदा सीगा। मैनू अफसोस ना कहना पेगा कि असी एडे वड्डियां दी औलाद हुंदे आ, साडे हुण जिहड़े वो करण दी औलाद वाले वो शराब पी के ते हुण कहंदे असी राजे करण दे पोतरे हैं। जरा सोच के देखो कि वड्डियां नूं बदनाम नहीं कर देगे बई। दान वो बजुर्ग कर गया, हंकार साडे लोकां नूं हुंदा है। नहीं, साडा ये भी फर्ज बनता असीं उहदे वर्गे बणीए। तो जदों वो बजुर्ग ठीक हो गया, जिस दियां मैं कई बारी मिस्टर ओबराए की किताब विच कहानियां हन, भाई सुंदरदास उहदे सचमुच ही सावण कृपाल होर भी बहुत सारे संतां दे उहने दर्शन कीते सीगे, उहदे अंदर प्रगट सन। लेकिन ऐसे चमत्कार कद करन लग्या जद उस दा इलाज करा लिया। उही बंदा मारदा सी, उही ठीक होया, सीसा देण लग्या। इसे तरह साडा मन भी दुनिया के जंगल विच, विषय विकारां दे जंगल विच पागल होया फिरदा है। ये शुरू शुरू दे विच तां सानू अंदर नहीं विरोध करेगा, जदों असीं अभ्यास ते बैठांगे विरोध करेगा, फौरन उठाएगा, कोई खुरक करेगा, कदे अंदर गमी लियाएगा, कदे खुशी लियाएगा, कदे तुसी किसी जगह बैठे हो, तानू उत्थे बैठा होएगा, लै जाएगा थानू हजारों मीलों के उत्ते। शुरू शुरू दे विच इह तुहाडे नाल संघर्ष करेगा। क्यों करेगा? भी मैनू कैद होना पेगा। मन रोवे या पिटे, महाराज कहंदे हुंदे सीगे भी तुसी इहनूं बिठाओ। जदों असीं रोज रोज अभ्यास करते हैं, आखिर मन जिहड़ा है ये अंदर जाता है। अंदर की है? इहनूं शब्द का रस मिलता है। जदों ये इत्थों जदों स्थूल दुनिया चो जाता है तो स्थूल ताकतां सानूं तंग करदियां हन। जब सूक्ष्म दे विच जाने हैं, उत्थे सूक्ष्म भोग अगों आ घेरदे है, उत्थे बड़ा संघर्ष है। लेकिन जिसका पूरा गुरु है, यही गुरु की निशानी है। जो तुसी बाहरों अंदर जाके देखोगे, जे तुसी इत्थे आखो तन करके सानू गोदी चुकी फिरन गुरु, एक बुरी गल है। किन्ने गुरु चुकणगे? तुसी अंदर जाओ। कई बंदे पत्थर लिखते हैं, महाराज जी पढ़दा खोलो, दसो भी कोई शब्द पारलस तो नहीं हुंदागा। बच्चा स्कूल च जाएगा तो टीचर पढ़ाएगा। साडा स्कूल किहड़ा है? ये दोनों अखां दे दरम्यान तीसरा तिल, जिथे शब्द रूप साडा गुरु बैठा है। सिख दा धर्म है, सिख दी ड्यूटी है कि इत्थे पहुंचना। स्टूडेंट दियां अपनियां ड्यूटियां हुंदियां हन, टीचर दियां अपनियां हुंदियां हन। टीचर लापरवाही नहीं करता जे स्कूल दे विच जावे। जे हुण घरे बैठा ही अरदासां करी जावे, बच्चा स्कूल च ना जावे, की वो पास होने की उम्मीद रख सकता? इस वास्ते जदों असी सूक्ष्म भी छड्ड जाने हैं, कारण विच बर्म की सिखर तक साडा मन पिछा करता है। जदों बर्म दे विच आपदे घरे पहुंच जाता है, इनू भी शांति आ जाती है। जिहड़ा मन थानू बाहर ले जाता है, यही मन थानू बैठण वास्ते उकसाएगा। दुनिया नू सोचना छड्डेगा, क्योंकि वो रस बाहर है ही किते नहींगा। जो चंगा रस मिलेगा, इसनू चंगी वस्तु मिलूगी, तो मन तो थोड़े मगर मगर तुरया फिरेगा। इस वास्ते संत जो संदेश परमात्मा की तरफों लियाउंदे है, वो हुण गुरु नानक तुहानूं दसणगे बड़े प्यार दे नाल, क्योंकि असीं भुल्ले हैं जन्मां जन्मांतरां दे।
ਜੇ ਭੁੱਲੇ ਆ ਤਾਂ ਤੁਸੀਂ ਦੇਖੋ ਨਸ਼ਿਆਂ ਨਾਲ ਕੀ ਕਰਦੇ ਸੀ, ਆਪਣਾ ਤਨ ਖਰਾਬ ਕਰਦੇ ਹਾਂ। ਕਾਲੀਦਾਸ ਨੇ ਕਿਹਾ ਸੀਗਾ ਬਈ ਕਿਸੇ ਨੇ ਨਫਾ ਵਸੂਲ ਕੀਤਾ ਹੈ ਜੂਏ ਚੋਂ, ਮਦ ਚੋਂ, ਸ਼ਰਾਬ ਚੋਂ, ਅਫੀਮ ਚੋਂ। ਕੀ ਹੁੰਦਾ? ਨਾਲੇ ਤਨ ਦਾ ਨੁਕਸਾਨ, ਨਾਲੇ ਧਨ ਦਾ ਨੁਕਸਾਨ, ਨਾਲੇ ਸਾਡਾ ਅਪਜਸ ਹੁੰਦਾ ਦੁਨੀਆ ਦੇ ਵਿੱਚ। ਇਸ ਵਾਸਤੇ ਕੀ ਕਰਦੇ ਹਾਂ ਅਸੀਂ ਮਨ ਦੇ ਕਹੇ ਲੱਗ ਜਾਂਦੇ ਹਾਂ। ਤੋ ਸੰਤ ਜੋ ਕੁਝ ਵੀ ਉਪਦੇਸ਼ ਕਰਦੇ ਹੈ ਉਹ ਸਾਨੂੰ ਦੱਸਦੇ ਕਿ ਸਾਡੇ ਔਰ ਪਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ ਉਹ ਸਾਡੇ ਮਨ ਦੀ ਹੈ। ਤੋ ਸੰਤ ਆ ਕੇ ਕਹਿੰਦੇ ਆ ਕਿ ਪਿਆਰਿਓ, ਤੁਸੀਂ ਜਨਮਾਂ ਜਨਮਾਂਤਰਾਂ ਦੇ ਭੁੱਲੇ ਹੋ। ਤੁਸੀਂ ਕੀ ਕਰੋ? ਕਿਸੇ ਪੂਰਨ ਮਹਾਤਮਾ ਦੇ ਚਰਨਾਂ ਵਿੱਚ ਜਾ ਕੇ ਸ਼ਬਦ ਨਾਮ ਦੀ ਅੰਦਰ ਜਾਣ ਦੀ ਜੁਗਤੀ ਪ੍ਰਾਪਤ ਕਰੋ। ਜੁਗਤੀ ਪ੍ਰਾਪਤ ਕਰ ਲੈਣੀ ਕਾਫੀ ਨਹੀਂ, ਫਿਰ ਤੁਸੀਂ ਉਹਦੇ ਉੱਪਰ ਚੱਲੋ ਜੋ ਹਦਾਇਤਾਂ ਦੱਸਦਾ ਹੈ। ਅਗਰ ਤੁਸੀਂ ਦਸੀਆਂ ਹੋਈਆਂ ਹਦਾਇਤਾਂ ਦੇ ਮੁਤਾਬਕ ਕੁਝ ਦਿਨ ਹੀ ਅਭਿਆਸ ਕਰੋਗੇ ਤੇ ਤੁਸੀਂ ਤਰੱਕੀ ਕਰ ਲਓਗੇ। ਮਹਾਰਾਜ ਸਾਵਣ ਸਿੰਘ ਕਹਿੰਦੇ ਜੇ ਦਵਾਈ ਲਿਆ ਕੇ ਆਲੇ ਵਿੱਚ ਰੱਖ ਦਿੱਤੀ, ਉਹਨੂੰ ਯੂਜ਼ ਨਾ ਕੀਤਾ ਤਾਂ ਗਾਲਾਂ ਡਾਕਟਰ ਨੂੰ ਕਹਿੰਦੇ ਆ, ਕੱਢਦੇ ਆ। ਦੱਸੋ ਵੀ ਡਾਕਟਰ ਦਵਾਈ ਦਿੰਦਾ ਹੈ, ਉਹਦੇ ਪਰਹੇਜ਼ ਦੱਸਦਾ ਹੈ, ਕਦੇ ਮਰੀਜ਼ ਦੀ ਬਿਮਾਰੀ ਤਾਂ ਨਹੀਂ ਲੈਂਦਾ। ਜਿਹੜੇ ਪਰਹੇਜ਼ ਰੱਖਦੇ ਆ ਉਹ ਸਿਹਤਯਾਬ ਹੋ ਜਾਂਦੇ ਆ, ਜਿਹੜੇ ਪਰਹੇਜ਼ ਨਹੀਂ ਰੱਖਦੇਗੇ ਤਾਂ ਡਾਕਟਰ ਨੇ ਤਾਂ ਦਵਾਈ ਦੇਤੀ, ਪਰਹੇਜ਼ ਦੱਸਦਾ, ਡਾਕਟਰ ਦੀ ਜ਼ਿੰਮੇਵਾਰੀ ਸਮਾਪਤ ਹੋ ਜਾਂਦੀ ਹੈ। ਇਸ ਵਾਸਤੇ ਗੁਰੂ ਸਾਹਿਬ ਬੜੇ ਪਿਆਰ ਨਾਲ ਦੱਸਦੇ ਆ, ਰੇ ਮਨ ਭੂਲੇ ਬਾਬਰੇ ਤੂੰ ਗੁਰ ਕੀ ਚਰਨੀ ਲਾਗ। ਇਹ ਭੁੱਲੇ ਮਨ, ਤੂੰ ਬਾਹਰੋਂ ਸ਼ਰਾਬਾਂ ਕਬਾਬਾਂ ਦੇ ਰਸ ਛੱਡੇਗਾ ਤਾਂ ਹੀ ਅੰਦਰ ਜਾਏਗਾ। ਰਾਮ ਚਰੋਖੇ ਬੈਠ ਕੇ ਸਭ ਕਾ ਝਾਰਾ ਲੈ, ਜਾਂ ਕੀ ਤੈਸੀ ਚਾਕਰੀ ਤਾਂ ਕੋ ਤੈਸਾ ਦੇ। ਉਹ ਤੁਹਾਡੇ ਅੰਦਰ ਬੈਠਾ ਹੈ, ਉਹਨੂੰ ਕਿਸੇ ਗਵਾਹੀ ਦੀ ਲੋੜ ਨਹੀਂ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ ਗੁਰ ਦੀ ਚਰਨੀ ਲਾਗ। ਹੁਣ ਬਾਹਰ ਤਾਂ ਅਸੀਂ ਜਿਹੜੇ ਸੰਤਾਂ ਦੇ ਚਰਨ ਹੈ ਕਿੰਨੇ ਕੁ ਆਦਮੀ ਪਕੜ ਲਾਂਗੇ, ਨਾ ਉਹ ਪੈਰਾਂ ਨੂੰ ਹੱਥ ਲਵਾਉਂਦੇ ਹੀ ਹੈ। ਉਹ ਸਖਤ ਮਨਾ ਕਰਦੇ ਆ, ਨਾ ਬਈ ਪੈਰਾਂ ਤੇ ਮਤ ਝੁਕੋ। ਸੱਚ ਤਾਂ ਇਹ ਹੈ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਸਾਧੂ ਦੀ ਅੱਖ ਔਰ ਮੱਥੇ 'ਚ ਹੀ ਜਿਹਨੇ ਕੋਈ ਖੱਟਣਾ ਹੁੰਦਾ ਹੈ। ਕਬੀਰ ਸਾਹਿਬ ਨੇ ਕਿਹਾ ਸਾਧੂ ਕਾ ਨਿਰਖ ਆਂਖ ਔਰ ਮਾਥਾ, ਤੇ ਸਤ ਕਾ ਨੂਰ ਰਹੇ ਜੇ ਸਾਥਾ। ਜੇ ਤੁਸੀਂ ਸਤ ਦਾ ਨੂਰ ਦੇਖਣਾ ਹੈ, ਪ੍ਰਕਾਸ਼ ਦੇਖਣਾ ਹੈ, ਤੇ ਤੁਸੀਂ ਕੀ ਕਰੋ? ਉਹਨਾਂ ਦੀਆਂ ਅੱਖਾਂ ਦੇ ਵਿੱਚ ਧਿਆਨ ਟਿਕਾ ਲਓ। ਬਹੁਤ ਸਾਰੇ ਲੋਕ ਹੈ ਪੱਛਮ ਦੇ ਲੋਕਾਂ ਨੂੰ ਸਤਸੰਗ ਸੁਣਦਿਆਂ ਨੂੰ ਦੇਖਦੇ ਹੋ, ਕਿਉਂਕਿ ਉਹ ਲੋਕ ਲੀਰ ਦੇ ਫਕੀਰ ਵਾਲੀ ਕਹਾਣੀ ਹੈ। ਪਹਿਲਾਂ ਉਹਨਾਂ ਨੂੰ ਤਿਆਰ ਹੋਣਾ ਤਾਂ ਮੰਨਦੇ ਹਾਂ ਅਸੀਂ ਕਿ ਕਾਫੀ ਔਖਾ ਹੁੰਦਾ ਹੈ, ਕਿਉਂਕਿ ਬੈਠਕ ਨਹੀਂ ਬਣੀ ਹੁੰਦੀ, ਗੱਲ ਨੂੰ ਸਮਝਣਾ ਬੜਾ ਮੁਸ਼ਕਲ ਹੁੰਦਾ ਹੈ, ਜ਼ਿੰਦਗੀ ਦੀਆਂ ਨਸ਼ਿਆਂ ਦੇ ਵਿੱਚ ਵਰਤੇ ਹੁੰਦੇ ਹੈ। ਲੇਕਿਨ ਜਦ ਸਮਝ ਦੇ ਵਿੱਚ ਆ ਜਾਂਦੀ ਹੈ ਫਿਰ ਉਹ ਭਟਕਦੇ ਨਹੀਂ ਲੋਕ। ਹੁਣ ਮੈਂ ਪੰਜਾਬੀ 'ਚ ਸਤਸੰਗ ਕਰਦਾ ਹੁੰਦਾ, ਤੁਹਾਨੂੰ ਸਮਝ ਆਉਂਦੀ ਹੈ। ਤੋ ਸਾਰੇ ਕਿੰਨੇ ਦਫਾ ਕੋਈ ਐ ਨੂੰ ਮੂੰਹ ਕਰਦਾ, ਕੋਈ ਐ ਨੂੰ ਕਰਦਾ ਹੈ, ਤੁਸੀਂ ਦੇਖ ਲਿਆ ਕਰੋ। ਉਹਨਾਂ ਨੂੰ ਮੇਰੀ ਪੰਜਾਬੀ ਨਹੀਂ ਸਮਝ ਵਿੱਚ ਹੁੰਦੀ। ਉਹ ਕਿਸ ਤਰ੍ਹਾਂ ਕਿਸੇ ਪਾਸੇ ਹਲਦੇ ਨਹੀਂ, ਬੇਸ਼ੱਕ ਉਹਨਾਂ ਦੀ ਢੂਈ ਤੇ ਪੈਰਾਂ ਤੇ ਕੋਈ ਸੱਪ ਵੀ ਕਿਉਂ ਨਾ ਚੜ ਜਾਵੇ, ਉਹ ਇਧਰ ਉਧਰ ਨਹੀਂ ਜਾਂਦੇ। ਅਹਿਮਦਾਬਾਦ ਦਾ ਵਾਕਿਆ ਹੈ, ਮੈਂ ਉੱਥੇ ਸਤਸੰਗ ਦਿੱਤਾ ਇਸ ਦਫਾ ਨਹੀਂ, ਇਹਦੋਂ ਪਿਛਲੇ ਸਾਲ। ਕਿਉਂਕਿ ਇੱਕ ਦਿਨ ਉਹ ਸ਼ਬਦ ਬੋਲਦੇ ਹੈ, ਇੱਕ ਦਿਨ ਸਤਸੰਗ ਹੁੰਦਾ ਹੈ, ਇੱਕ ਦਿਨ ਬਾਤਚੀਤ ਹੁੰਦੀ ਹੈ। ਜਿੱਦੇ ਬਾਤਚੀਤ ਹੋਣੀ ਸੀ, ਸਵਾਲਾਂ ਦਾ ਦਿਨ ਸੀ, ਉਹ ਆ ਕੇ ਕਹਿਣ ਲੱਗੇ ਕਿ ਸਵਾਲ ਤਾਂ ਕੋਈ ਨਹੀਂ, ਸਿਰਫ ਸਾਨੂੰ ਬੈਠ ਕੇ ਤੁਹਾਡੀ ਤਰਫ ਤੱਕ ਲੈਣ ਦਿਓ। ਹੁਣ ਤੁਸੀਂ ਦੇਖ ਲਓ ਕਿ ਉਹਨਾਂ ਨੂੰ ਕੀ ਉਸ ਦੇ ਵਿੱਚੋਂ ਕੁਝ ਮਿਲਦਾ ਹੈ ਤੇ ਪ੍ਰੇਮੀ ਬੇਨਤੀ ਕਰਦਾ ਹੈ। ਅਸੀਂ ਕੀ ਕਰਦੇ ਹਿੰਦੁਸਤਾਨ ਦੇ ਲੋਕ? ਆਉਣ ਸਾਰ ਪੈਰਾਂ ਤੇ ਡਿੱਗਦੇ ਹਾਂ। ਜੋ ਮੈਂ ਸ਼ੁਰੂ ਵਿੱਚ ਦੱਖਣ ਭਾਰਤ 'ਚ ਗਿਆ, ਬੰਗਲੌਰ ਵਗੈਰਾ,
तो दो आदमी तीन आदमी मेरे पास खलियारे हुए सीगे। अफसोस की गल वो आके बूढ़े होकर डिगदे अगे। ये कोई संत का तरीका नहीं, ये तो जेडे पखंडी बाबे है वो ये किता कराउंदे है। इस वास्ते गुरु नानक साहब कहते वो चरण किथे है, वो दोनों अखां दे दरम्यान तुहाडे नूरी प्रकाश जिहड़ा है उत्थे पहुंचो, नौ द्वारे खाली करो, अखां पिछे आओ। रामायण दे विच उन्हां चरणां दी बड़ी ही महिमा गाई गई है तुलसीदास ने। जी। श्री राग महला पहला पन्ना 57। सुन मन फूले बावरे, गुर की चरनी लाग। सुन मन फूले बावरे, गुर की चरनी लाग। हर जप नाम ते आए तू, जम डर पै दुख भाग। हुण आप प्यार दे नाल कहंदे है कि देख भी प्यारिया, जमा का नाम सुन के ही, जलादा का नाम सुन के ही आत्मा सहम जाती है। हुण असी कह लैने हैं भी शायद पढ़ लिख के असी उन्हां तो बच जांगे, या किसी होर तरीके नाल जप तप नाल बच जांगे। कहण लगे नहीं, मता दिल च ख्याल आया कि 10 रुपए भाई नूं दे के, पंडित नूं दे के अरदास करा के असी बच जावांगे। ये साडी भुल है। तो गुरु नानक देव जी महाराज कहते हैं कि प्यारिया की कर तू, जे जमा तो नहीं डरना ते जमा नूं डराउणा है तो नाम जप, नाम ना जुड़ जा। केड़ा नाम? जिहड़ा कण कण दे विच व्यापक है, जिहड़ा इन्हां अखां नाल देखिया नहीं जांदा, इन्हां कन्नां नाल सुनिया नहीं जांदा, जिहनूं जबान अदा नहीं कर देगी, वो एक ताकत है। जी। हर जप नाम ते आए तू, जम डर पे दुख भाग। दुख कणो दोहागणी, क्यों थिर रहे सुहाग। हुण गुरु नानक देव जी महाराज बड़ी एक अच्छी मिसाल दिंदे है। सानू पता है कि एक दिन मियाँ बीबी का विछोड़ा पै जाता है, विजोग हो जाता है, जब पति रंडा होएगा या पत्नी हो जाएगी। अजे बंदा तो फिर रोंदा करलांदा बाहर टाइम पास कर जाता है। ਜਿਹੜੀਆਂ औरतां विधवा हो जांदियां हन, तुसीं उन्हां विचारियां दीयां कहानियां सुन के देखो, उन्हां दी हालत देखो, किन्ने उन्हां दुख सहने पैंदे है। इस वास्ते कहते कि दुख बयान नहीं किए जाते। क्यों थे रहे सुहाग? क्यों बे उन्हां दे कर्म सी। ये एक दुनिया की मिसाल दे के गुरु नानक ने कहा है। असी भी वो जिहड़ा पति परमात्मा है वो साथों विछड़िया होया है। साडी आत्मा भी दुहागण है। ये जिथे जाके जन्म लेंदी है उत्थे दुख ही दुख, मुसीबत ही मुसीबत। कोई पागलपन तो भावें कह दे भी असी सौखे हैं। जिहड़े थोड़े बहुते सुख सानू नज़र विच आउंदे है वो प्यारे इन्हां ने पता निगा कद दुखां विच तब्दील हो जाना है। एवें एक दूजे का ओला जरूर हुंदा है कि ये बड़ा सौखा है, चीकना चुपड़ा मूँह है, लेकिन उसकी कदे कहानी तो सुन के देखो। किसी नूं करजा लैण दा दुख है, किसी नूं देण दा दुख है, कोई पत्नी विलकदी फिरदी है, कोई पति विलकदा फिरदा है। किदे किदे दुख दसीए प्यारिओ। इस वास्ते आप कहते दुख कणो दो हागणी। जिवें औरत नूं बाहर एक मिसाल दिती है
ਇਸੇ ਤਰ੍ਹਾਂ ਕਿਉਂ ਥੇ ਰਹੇ ਸੁਹਾਗ। ਸੁਹਾਗ ਤਾਂ ਉਹ ਸ਼ਬਦ ਦਾ ਆਤਮਾ ਨੂੰ ਮਿਲਣਾ ਸੀਗਾ, ਕਿਉਂਕਿ ਸਤਿਗੁਰੂ ਮਿਲੇਗਾ ਤੇ ਇਸ ਆਤਮਾ ਨੂੰ ਸੁਹਾਗ ਦੇਵੇਗਾ। ਗੁਰੂ ਨਾਨਕ ਕਹਿੰਦੇ ਹਰ ਕੀ ਨਾਰ ਸਦਾ ਸੁਹਾਗਣ, ਉਹ ਆਤਮਾ ਸਤਿਗੁਰੂ ਦੀ ਹੋ ਜਾਂਦੀ ਹੈ। ਉਹਨੂੰ ਸੁਹਾਗ ਦਿੱਤਾ, ਸ਼ਬਦ ਨਾਲ ਜੋੜ ਦਿੱਤਾ। ਰਾਂਡ ਨਾ ਮੈਲੇ ਵੇਸਾ, ਸੰਤ ਐਸੀ ਸ਼ਬਦ ਦੇ ਨਾਲ ਉਸ ਨੂੰ ਜੋੜ ਦਿੰਦੇ ਹੈ, ਨਾ ਉਹ ਆਤਮਾ ਨੂੰ ਵਿਛੋੜਾ ਹੁੰਦਾ ਹੈ। ਅਗਰ ਸੇਵਕ ਵੀ ਜ਼ੋਰ ਲਾਵੇ ਉਸ ਨੂੰ ਤੋੜ ਨਹੀਂ ਸਕਦਾਗਾ। ਗੁਰੂ ਅਰਜਨ ਦੇਵ ਕਹਿੰਦੇ ਤੋੜੀ ਨਾ ਟੂਟੈ, ਛੋੜੀ ਨਾ ਛੂਟੈ, ਐਸੀ ਮੱਧੋ ਖਿੱਚਤਨੀ। ਕਈ ਦਫਾ ਅਸੀਂ ਸੁੱਖਾਂ 'ਚ ਭੁੱਲ ਜਾਂਦੇ ਆ, ਜੇ ਨਾਮ ਕੋਲੇ ਦੁੱਖ ਪਿਆ ਫੇਰ ਉਧਰ ਸ਼ਬਦ ਦੀ ਕਮਾਈ ਕਰਨੀ ਲੱਗ ਜਾਂਦੇ ਹੈ। ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਦੁਖ ਕਣ ਦੁਹਾਗਣੀ। ਕਣੇ ਦੁੱਖ ਕਦੋਂ ਦੇ? ਜਦੋਂ ਦੀ ਪਰਮਾਤਮਾ ਦਾ ਸੁਹਾਗ ਸ਼ਬਦ ਦੇ ਨਾਲ ਉਹ ਆਤਮਾ ਵਿਛੜੀ ਹੋਈ ਹੈ। ਸ਼ਬਦ ਨਾਲ ਜੁੜ ਕੇ ਇਹ ਸੁਹਾਗਣ ਹੋ ਸਕਦੀ ਹੈ ਜੀ। ਦੁਖ ਕਣ ਦੁਹਾਗਣੀ, ਕਿਉ ਥਿਰ ਰਹਿ ਸੁਹਾਗ। ਪਾਈ ਰੇ ਅਵਰ ਨਹੀਂ ਮੈਂ ਥਾਓ, ਪਾਈ ਰੇ ਅਵਰ ਨਹੀਂ ਮੈਂ ਥਾਓ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਪਿਆਰਿਓ, ਮੈਨੂੰ ਗੁਰੂ ਤੋਂ ਬਗੈਰ ਹੋਰ ਕੋਈ ਜਗ੍ਹਾ ਹੀ ਨਹੀਂ ਦਿਸਦੀਗੀ। ਜੋ ਕੁਛ ਹੈ ਗੁਰੂ ਹੀ ਗੁਰੂ ਹੈ, ਪੈਨਾ ਹੈ, ਬਹਿਨਾ ਹੈ, ਚੱਲਦਾ ਹੈ, ਗੁਰੂ ਹੀ ਗੁਰੂ ਹੈ। ਉਹਦਾ ਨਾਮ ਜ਼ੁਬਾਨ ਤੇ ਹੈ ਚੜਿਆ ਹੋਇਆ, ਔਰ ਅੱਖਾਂ ਦੇ ਵਿੱਚ ਉਸ ਦੀ ਤਸਵੀਰ ਵਸੀ ਹੋਈ ਹੈ ਜੀ। ਪਾਈ ਰੇ ਅਵਰ ਨਹੀਂ ਮੈਂ ਥਾਓ, ਪਾਈ ਰੇ ਅਵਰ ਨਹੀਂ ਮੈਂ ਥਾਓ। ਮੈਂ ਤਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ। ਅਸੀਂ ਕੀ ਕਰਦੇ ਹਾਂ? ਫਸਲ ਮਾਰੀ ਗਈ, ਵਪਾਰ 'ਚੋਂ ਘਾਟਾ ਪੈ ਗਿਆ, ਰੋਨੇ ਹੈ, ਕਰਲਾਉਨੇ ਹੈ। ਹਾਲਾਂਕਿ ਸਭ ਨੂੰ ਪਤਾ ਹੈ ਕਿ ਸਾਡਾ ਕਰਮ ਜੋ ਅਸੀਂ ਕਮਾਉਨੇ ਅਵੱਛ ਮਿਲੇਗਾ। ਲੇਕਿਨ ਸੰਤ ਕਿਹੜਾ ਖਜ਼ਾਨਾ ਕਹਿੰਦੇ ਸੱਚਾ? ਕਹਿੰਦੇ ਨਾਮ ਦਾ ਹੈ। ਕਹਿੰਦਾ ਮੇਰੇ ਕੋਲ ਏਡਾ ਵੱਡਾ ਖਜ਼ਾਨਾ ਹੈ, ਮੇਰੇ ਵਰਤਾ ਤਾਂ ਕੀ ਉਹ ਨਖੁੱਟਣਾ ਸੀਗਾ। ਮੈਂ ਜੇ ਸੰਗਤ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਨੂੰ ਵਰਤਾ ਰਿਹਾ, ਉਹ ਤਾਂ ਵੀ ਨਹੀਂ ਮੁੱਕਦਾਗਾ, ਉਹ ਵੱਧਦਾ ਜਾਂਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਇਹ ਨਾਮ ਦਾ ਖਜ਼ਾਨਾ ਮੈਨੂੰ ਕਿੱਥੋਂ ਮਿਲਿਆ ਬਈ? ਮੇਰੇ ਗੁਰੂ ਤੋਂ। ਇਸ ਵਾਸਤੇ ਮੈਂ ਆਪਦੇ ਗੁਰੂ ਦੇ ਬਲਿਹਾਰ ਜਾਨਾ ਹੈ, ਉਹਦਾ ਧੰਨਵਾਦ ਕਰਦਾ ਹੈ। ਸੱਚਾ ਧੰਨਵਾਦ ਕੌਣ ਕਰੇਗਾ? ਗੁਰੂ ਦੀ ਯਾਦ ਵਿੱਚ ਕੌਣ ਰੋਵੇਗਾ ਬਈ? ਜਿਹਨੇ ਅੰਦਰ ਜਾ ਕੇ ਉਸ ਗੁਰੂ ਨੂੰ ਪ੍ਰਗਟ ਕੀਤਾ ਹੈ, ਜਿਹਨੇ ਉਸ ਨੂੰ ਦੇਖ ਲਿਆ ਹੈ। ਦੂਜੇ ਅਸੀਂ ਕੀ ਕਰਦੇ ਹਾਂ? ਕੋਈ ਤੁਹਾਨੂੰ ਪਤਾ ਹੀ ਹੈ, ਮੈਨੂੰ ਸਾਰੇ ਹੀ ਮਿਲਦੇ ਹੈ। ਕਿਉਂ ਬਈ? ਪਤਾ ਹੀ ਹੈ ਜੋ ਕੁਝ ਬੋਲਦੇ हैं। ਕੋਈ ਭਾਗ ਵਾਲਾ ਹੋਏਗਾ, ਇਹ ਨਹੀਂ ਵੀ ਸੰਗਤ ਦੇ ਵਿੱਚ ਐਸੇ ਹੈ ਨਹੀਂਗੇ। ਐਸੇ ਹੈ ਭਾਗ ਵਾਲੇ ਜਿਹੜੇ ਮੈਨੂੰ ਜਾ ਕੇ ਭਜਨ ਦੀ ਗੱਲ ਦੱਸਦੇ ਹੈ, ਭਜਨ ਦੀ ਬਾਤ ਕਰਦੇ ਹੈ, ਜਾਂ ਭਜਨ ਦੀ ਭੀਖ ਮੰਗਦੇ ਹੈ, ਦਿਆ ਮੰਗਦੇ ਹੈ। ਨਹੀਂ ਤਾਂ ਜ਼ਿਆਦਾਤਰ ਕੀ ਹੈ? ਦੁਨੀਆਦਾਰੀ ਦੀਆਂ ਗੱਲਾਂ। ਕਿੰਨਾ ਪੈਸਾ ਖਰਚ ਕਰਕੇ ਆਉਂਦੇ ਹੋ? ਇਹ ਰੋਣੇ ਤਾਂ ਤੁਸੀਂ ਉੱਥੇ ਵੀ ਰੋ ਸਕਦੇ ਹੋ, ਘਰਾਂ ਵਿੱਚ ਵੀ। ਉਹ ਕਿੰਨਾ ਆਉਂਦੇ ਹੋ ਤੁਸੀਂ, ਕਿੰਨਾ ਪੈਸਾ ਖਰਚ ਕਰਦੇ ਹੋ? ਜੇ ਇੱਥੇ ਵੀ ਉਹੀ ਰੋਣਾ ਰੋ ਕੇ ਉੱਠ ਕੇ ਤੇ ਖੱਟ ਕੇ ਕੀ ਲਗਾਏ ਬਈ ਜੀ। ਮੈਂ ਤਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ। ਗੁਰਮਤਿ ਪਤ ਸ਼ਾਬਾਸ਼ ਤਿਸ, ਤਿਸ ਕੈ ਸੰਗ ਮਿਲਾਓ। ਹੁਣ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਹੈ, ਕਹਿਣ ਲੱਗੇ ਕਿੰਨਾ ਦੀ ਸੱਚੀ ਪਤ ਹੈ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਿਨ੍ਹਾਂ ਨੂੰ ਪੂਰਨ ਗੁਰੂ ਮਿਲ ਗਿਆ ਹੈ। ਹਿੰਦੁਸਤਾਨ ਦੇ ਅੰਦਰ ਰਿਵਾਜ ਹੈ ਕਿ ਪਿਤਾ ਦੀ ਜਾਇਦਾਦ ਪੁੱਤਰ ਨੂੰ ਮਿਲਦੀ ਹੈ।
ਇਸੇ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਆ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰਜ ਖਾਏ, ਸਾਹਿਬ ਕਰ ਵੱਥ ਆਏ ਨਫਰ ਹੱਥ ਆਏ, ਅਣ ਹੁੰਦੀ ਕਿੱਥੋਂ ਪਾਏ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਗੁਰੂ ਧਾਰਨ ਵਿੱਚ ਸਾਵਧਾਨੀ ਕਰਨੀ ਚਾਹੀਦੀ ਹੈ, ਸੋਚ ਕੇ ਸਮਝ ਕੇ ਗੁਰੂ ਧਾਰਨ ਕਰੋ। ਗੁਰੂ ਦੀ ਵੱਡੀ ਨਿਸ਼ਾਨੀ ਉਹ ਸ਼ਬਦ ਨਾਮ ਦੀ ਕਮਾਈ ਕਰਦਾ ਹੈ, ਸੇਵਕਾਂ ਨੂੰ ਉਸੇ ਪਾਸੇ ਉਹ ਲਾਉਂਦਾ ਹੈ। ਖੁਦ ਉਹ ਪਵਿੱਤਰ ਭਾਂਡਾ ਬਣਿਆ ਹੁੰਦਾ ਹੈ। ਉਹ ਸਾਨੂੰ ਵੀ ਪਵਿੱਤਰ ਬਣਨ ਵਾਸਤੇ ਹਰ ਲਫ਼ਜ਼ ਨਾਲ ਸਾਨੂੰ ਟੋਕਦਾ ਹੈ। ਇਸ ਵਾਸਤੇ ਸਾਨੂੰ ਬੜੇ ਪਿਆਰ ਨਾਲ ਕਹਿੰਦਾ ਹੈ ਕਿ ਪਿਆਰਿਓ, ਨੇਕ ਕਮਾਈ ਕਰਕੇ ਆਪਣਾ ਗੁਜ਼ਰ ਕਰੋ। ਜਦ ਤੱਕ ਅਸੀਂ ਨੇਕ ਕਮਾਈ ਕਰਕੇ ਖਾਵਾਂਗੇ ਨਹੀਂ, ਉਹਨਾਂ ਚਿਰ ਸਾਡੀ ਆਤਮਾ ਤੇ ਅਸਰ ਹੀ ਚੰਗਾ ਨਹੀਂ ਹੁੰਦਾਗਾ। ਇਹ ਨਮੂਨਾ ਦੀ ਜ਼ਿੰਦਗੀ ਸੰਤ ਬਤਾਉਂਦੇ ਹੈ। ਉਹ ਸਾਨੂੰ ਇੱਕ ਨਮੂਨਾ ਪੇਸ਼ ਕਰਦੇ ਹੈ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਗੁਰਮਤਿ ਪਤ ਸ਼ਾਬਾਸ਼ ਤਿਸ ਕਿੰਨਾਂ ਤਿਸ ਨੂੰ ਕੇ ਸੰਗ। ਪਤਾ ਹੈ, ਕਿੰਨਾਂ ਦੀ? ਗੁਰਮੁਖਾਂ ਦੀ। ਕਿਉਂ ਬਈ? ਉਹਨਾਂ ਨੇ ਗੁਰੂ ਨੂੰ ਮਿਲੇ, ਗੁਰੂ ਨੂੰ ਆਪਦੇ ਅੰਦਰ ਪ੍ਰਗਟ ਕੀਤਾ। ਜਿਹੜੇ ਐਸੇ ਗੁਰੂ ਨੂੰ ਮਿਲ ਜਾਂਦੇ ਆ, ਉਹਨਾਂ ਦੇ ਕਹਿਣੇ ਮੁਤਾਬਕ ਚੱਲਦੇ ਹੈ, ਉਹ ਪਿਆਰੇ ਜਿਵੇਂ ਕਾਠ ਦੇ ਨਾਲ ਲੱਗ ਕੇ ਹਜ਼ਾਰਾਂ ਮਣ ਲੋਹਾ ਤਰ ਜਾਂਦਾ ਹੈ, ਗੁਰੂ ਮਗਰ ਉਹਨਾਂ ਨੂੰ ਵੀ ਸ਼ਾਬਾਸ਼ ਮਿਲਦੀ ਹੈ ਜੀ। ਗੁਰਮਤਿ ਪਤ ਸ਼ਾਬਾਸ਼ ਤਿਸ ਤਿਸ ਕੈ ਸੰਗ ਮਿਲਾਓ, ਤਿਸ ਬਿਨ ਕੜੀ ਨਾ ਜੀਵੋ, ਬਿਨ ਨਾਮੇ ਮਾਰ ਜਾਓ। ਹੁਣ ਕੀ ਹੈ? ਪ੍ਰਮਾਤਮਾ ਅੱਗੇ ਫਰਿਆਦ ਕੀਤੀ ਦਿਨ ਰਾਤ ਕਿ ਮੈਨੂੰ ਐਸਾ ਪੂਰਨ ਗੁਰੂ ਮਿਲਾ ਤਾਂ ਕਿ ਮੈਂ ਵੀ ਤੇਰੇ ਦਰ ਤੇ ਪਹੁੰਚ ਜਾਵਾਂ। ਕਹਿਣ ਲੱਗੇ ਗੁਰੂ ਮਿਲ ਗਿਆ। ਹੁਣ ਕਿਹੇ ਜਿਹਾ ਸਿੱਖ ਦਾ ਪਿਆਰ ਹੋਣਾ ਚਾਹੀਦਾ ਹੈ? ਆਪ ਕਹਿੰਦੇ ਗੁਰੂ ਮਿਲੇ ਜਬ ਧੁਨਕਾ ਭੇਦੀ, ਸ਼ਿਸ਼ ਬਿਰੇ ਧਰ ਆਈ, ਤੇ ਸੁਰਤ ਸ਼ਬਦ ਦੀ ਹੋਏ ਕਮਾਈ, ਤਬ ਕੁਛ ਪੰਥ ਚਲਾਈ। ਕਹਿਣ ਲੱਗੇ ਸ਼ਿਸ਼ ਦੇ ਅੰਦਰ ਬਿਰੇ ਹੋਵੇ, ਤੜਫ ਹੋਵੇ। ਪਿਆਸੇ ਨੂੰ ਪਾਣੀ ਦੇਵਾਂਗੇ, ਤੁਹਾਨੂੰ ਪਤਾ ਹੈ ਕਿ ਉਹ ਕਦਰ ਨਾ ਪੀਵੇਗਾ। ਜਿਹਨੂੰ ਪਿਆਸ ਨਹੀਂ, ਉਹ ਅਨੇਕਾਂ ਨਖਰੇ ਕਰੇਗਾ ਕਿ ਪਾਣੀ ਠੰਡਾ ਹੈ, ਇਹ ਕਿਹਦਾ ਪਾਣੀ ਹੈ? ਹਿੰਦੂ ਦਾ ਹੈ, ਮੁਸਲਮਾਨ ਦਾ ਹੈ, ਜਾਂ ਕਿਹਦਾ ਪਾਣੀ ਹੈ? ਤੇ ਜਿਹਨੂੰ ਪਿਆਸ ਲੱਗੀ ਹੈ ਉਹ ਕੋਈ ਸਵਾਲ ਨਹੀਂ ਕਰਦਾਗਾ। ਸਾਡੇ ਸਤਿਗੁਰੂ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਕੁਦਰਤ ਦਾ ਅਸੂਲ ਹੈ, ਜ਼ਰੂਰ ਦਿੰਦੀ ਹੈ। ਪਰ ਸਾਨੂੰ ਜੇ ਭੁੱਖ ਹੋਏਗੀ, ਭੁੱਖ ਤਾਂ ਸਾਨੂੰ ਦੁਨੀਆ ਦੇ ਪਦਾਰਥਾਂ ਦੀ ਹੈ, ਦੁਨੀਆ ਦੀ ਮਾਨ ਵਡਿਆਈ ਦੀ ਹੈ, ਵਿਸ਼ੇ ਵਿਕਾਰਾਂ ਦੀ ਹੈ। ਕਿ ਗੁਰੂ ਦੇ ਮਿਲਣ ਦੀ ਭੁੱਖ ਹੋਏ ਤਾਂ ਬਿਨਾਂ ਬੁਲਾਇਆ ਆਏਗਾ ਉਹ। ਸਾਡਾ ਜਾਤੀ ਤਜਰਬਾ ਹੈ। ਮਹਾਰਾਜ ਸਾਵਣ ਸਿੰਘ 500 ਕਿਲੋਮੀਟਰ ਬਾਬਾ ਜੈਮਲ ਸਿੰਘ ਦੇ ਆਸ਼ਰਮ ਤੋਂ ਦੂਰ ਸਨ। ਕਿਸ ਤਰ੍ਹਾਂ ਖੁਦ ਚੱਲ ਕੇ ਉਹਨਾਂ ਨੇ ਆਪ ਭਾਲਿਆ ਉਹਨਾਂ ਨੂੰ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਕਾਫੀ ਦੂਰ ਰਹਿ ਰਹੇ ਸੀਗੇ, ਕਿੱਥੇ ਸੀਮਾ ਪ੍ਰਾਂਤ, ਕਿੱਥੇ ਪੰਜਾਬ। ਤੋਂ ਪਿਆਰਿਓ, ਖੁਦ ਹੀ ਮਹਾਰਾਜ ਸਾਵਣ ਸਿੰਘ ਉਹਨਾਂ ਦੇ ਅੰਦਰ ਜਾਣ ਲੱਗੇ। ਗੁਰੂ ਸ਼ਿਸ਼ ਨੂੰ ਭਾਲਦਾ ਹੈ। ਮੈਂ ਆਪਣੇ ਮਤਲਬ ਦੱਸਦਾ ਹੁੰਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਨਾਮ ਤੱਕ ਨਹੀਂ ਸੁਣਿਆ ਸੀਗਾ। ਬਚਪਨੇ ਤੋਂ ਮੈਂ ਦੱਸਦਾ ਹੁੰਦਾ, ਮੈਨੂੰ ਮੇਰੀ ਉਮਰ ਦੇ ਵਿੱਚ ਇਹ ਜ਼ਰੂਰ ਸੀ ਕਿ ਕੈਸੇ ਉਹ ਜੀਵ ਸਨ ਜਿਨ੍ਹਾਂ ਨੂੰ ਜੀਵਤ ਮਹਾਂਪੁਰਸ਼ ਮਿਲੇ। ਫਿਰ ਉਹ ਕਿੱਡੇ ਨਿਭਾਗੇ ਸਨ, ਕਿਉਂਕਿ ਮੈਂ ਸਿੱਖ ਇਤਿਹਾਸ ਪੜ੍ਹਦਾ ਹੁੰਦਾ ਸੀਗਾ ਵੀ ਉਹਨਾਂ ਨੇ ਗੁਰੂ ਨੂੰ ਲਿਖ ਕੇ ਬੇਦਾਵਾ ਦੇ ਦਿੱਤਾ ਬਈ ਆਪਾਂ ਨੂੰ ਗੁਰੂ ਮਿਲਿਆ, ਆਪਾਂ ਤੇ ਨਹੀਂ ਕਰਾਂਗੇ। ਇਹ ਸਾਰੇ ਬਲਬਲੇ ਉੱਠਦੇ ਸੀਗੇ। ਤੋਂ 500 ਕਿਲੋਮੀਟਰ ਤੋਂ ਮਹਾਰਾਜ ਕਿਰਪਾਲ ਕੀ ਨੇ ਮੇਰਾ ਨਾਮ ਦੱਸਿਆ ਉਹਨੂੰ, ਕਿਸ ਤਰ੍ਹਾਂ ਉਹਨਾਂ ਨੇ ਆਪਦੇ ਬੰਦੇ ਭੇਜੇ ਵੀ ਅੱਜ ਘਰੇ ਰਹਿਣ। ਤੋਂ ਮੈਂ ਦੱਸਦਾ ਹੁੰਦਾ ਹੈ ਕਿ ਜਦੋਂ ਆਏ, ਮੇਰਾ ਘਰ-ਬਾਰ ਸਾਰਾ ਕੁਝ ਦੇਖਿਆ, ਜ਼ਮੀਨ ਦੇਖੀ ਬੜੇ ਪਿਆਰ ਦੇ ਨਾਲ। ਆਖਰ ਕਹਿਣ ਲੱਗੇ, ਮੈਂ ਖੁਸ਼ ਬਹੁਤ ਹਾਂ, ਪਰ ਤੂੰ
ਇਹ ਜਿਹੜੇ ਡੰਗਰ ਹੈ ਲੋਕਾਂ ਦੀਆਂ ਲੜਕੀਆਂ ਨੂੰ ਦੇ ਕੇ ਤੂੰ ਚਲਿਆ ਜਾ ਇੱਥੋਂ, ਉੱਠ। ਮੈਂ ਦੱਸਦਾ ਮੇਰੀ ਪੱਗ ਬੰਨੀ ਪਈ ਸੀ ਉੱਥੇ, ਮੈਂ ਸਿਰ ਤੇ ਰੱਖਣ ਲੱਗਿਆ, ਕਹਿਣ ਲੱਗੇ ਮੈਂ ਤੈਨੂੰ ਚੱਕਣ ਨੂੰ ਕਹਿਣਾ ਸਾਫਾ ਸੀ। 16 PS ਦਾ ਹੀ ਹੁਕਮ ਦਿੱਤਾ। ਮੈਂ ਦਿਨ ਛਿਪੇ ਜੇ ਆਇਆ ਸੀ ਇੱਥੇ। ਇਹ ਗੱਲ ਗੁਰੂ ਸਿੱਖ ਦਾ ਮਾਮਲਾ ਹੁੰਦਾ ਹੈ। ਜਿੰਨਾ ਚਿਰ ਗੁਰੂ ਤਨ ਚ ਰਹਿੰਦੇ ਸੀਗੇ, ਕਿਉਂਕਿ ਉਹ ਵਡਿਆਈ ਨਹੀਂ ਕਰਨ ਦਿੰਦੇ ਸੀ। ਗੁਰਮੁਖ ਵਡਿਆਈ ਤੋਂ ਉੱਪਰ ਹੁੰਦੇ ਹੈ। ਸੋ ਇਸ ਵਾਸਤੇ ਉਹ ਸਭ ਕੁਝ ਜਾਣਦੇ ਹੈ, ਉਹ ਬੜੇ ਅੰਤਰਜਾਮੀ ਹੁੰਦੇ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਜਿਵੇਂ ਉੱਚੇ ਥਾਂ ਕੋਈ ਖੜਾ ਹੈ, ਉਹਨੂੰ ਪਤਾ ਹੈ ਕਿ ਕਿੱਥੇ ਅਗਨੀ ਲੱਗੀ ਹੈ, ਆਕਸੀਜਨ ਫੌਰਨ ਉੱਥੇ ਪਹੁੰਚ ਜਾਂਦੀ ਹੈ। ਗੁਰੂ ਨੂੰ ਪਤਾ ਹੈ ਕਿ ਮੇਰੀ ਯਾਦ 'ਚ ਕੌਣ ਬੈਠਾ ਹੈ, ਬਈ ਕੌਣ ਦਿਨ ਰਾਤ ਤੜਫ ਰਿਹਾ ਹੈ। ਤੋ ਜਿਹੜਾ ਐਸਾ ਸ਼ਿਸ਼ ਹੁੰਦਾ ਹੈ, ਉਹ ਗੁਰੂ ਦਾ ਔਰ ਸ਼ਿਸ਼ ਦਾ ਮਿਲਾਪ ਇਸ ਤਰ੍ਹਾਂ ਹੁੰਦਾ ਜਿਵੇਂ ਖੁਸ਼ਕ ਬਰੂਦ ਦਾ ਹੁੰਦਾ ਹੈ ਅਗਨੀ ਦੇ ਨਾਲ। ਬਾਕੀ ਅਸੀਂ ਕੀ ਹੁੰਦੇ ਆ, ਗਿੱਲੇ ਬਰੂਦ ਹੁੰਦੇ ਆ। ਜਿਵੇਂ ਜਿਵੇਂ ਸਾਨੂੰ ਸ਼ਬਦ ਦੀ ਤਪਸ਼ ਮਿਲਦੀ ਹੈ, ਸਤਸੰਗ ਦਾ ਪਾਣੀ ਮਿਲਦਾ ਹੈ, ਉਸੇ ਤਰ੍ਹਾਂ ਸਾਡੀ ਵੀ ਇੱਕ ਦਿਨ ਸਫਾਈ ਹੋ ਜਾਂਦੀ ਹੈ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੇਂ। ਹੁਣ ਕਿੰਨਾ ਗੁਰੂ ਦੇ ਨਾਲ ਪਿਆਰ ਹੈ। ਜੇ ਸਾਡੇ ਦਿਲ 'ਚ ਇੰਨੀ ਤੜਫ ਹੋਵੇ, ਸਾਨੂੰ ਕਿਹੜੀ ਤਾਕਤ ਹੈ ਅੱਖਾਂ ਤੋਂ ਬਾਹਰ ਰੱਖਣ ਵਾਲੀ। ਫੌਰਨ ਸ਼ਬਦ ਨਾਲ ਜੁੜ ਜਾਵਾਂਗੇ। ਕਿਸ ਦਿਨ ਘੜੀ ਨਾ ਜੀਵਣਾ, ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ। ਕਹਿਣ ਲੱਗਾ ਮੇਰੀ ਤਨ ਹੈ ਜਿਹੜਾ ਉਹ ਟੁੱਟਦਾ ਹੈ, ਮਨ ਦੇ ਵਿੱਚ ਕਾਲਾਪਨ ਹੋ ਜਾਂਦਾ ਹੈ ਕਿ ਕਦ ਦਰਸ਼ਨ ਕਰਾਂ ਜੀ। ਤਿਸ ਬਿਨ ਘੜੀ ਨਾ ਜੀਵੋ ਬਿਨ ਨਾਵੇਂ ਮਰ ਜਾਓ। ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਕਰ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਅੰਨਾ ਹਾਂ, ਲੇਕਿਨ ਗੁਰੂ ਨੇ ਕਿਰਪਾ ਕੀਤੀ। ਉਹਨਾਂ ਨੇ ਨਾਮ ਮੈਨੂੰ ਦਿੱਤਾ, ਨਾਮ ਨੇ ਮੈਨੂੰ ਉਹ ਟੋਹਣੀ ਦਾ ਕੰਮ ਦਿੱਤਾ। ਜਿਵੇਂ ਅੰਨਾ ਆਦਮੀ ਸੋਟੀ ਦੇ ਸਹਾਰੇ ਚੱਲਦਾ ਹੈ, ਉੱਚਾ ਨੀਵਾਂ ਥਾਂ ਦੇਖ ਲੈਂਦਾ। ਉਹ ਕਿਹਦੀ ਵਡਿਆਈ ਹੈ ਵੇ? ਗੁਰੂ ਦੀ ਵਡਿਆਈ ਹੈ। ਇਸ ਵਾਸਤੇ ਕਹਿੰਦੇ ਮੈਂ ਉਹ ਸੋਟੀ ਦੇ ਸਹਾਰੇ, ਨਾਮ ਹੈ ਜਿਹੜਾ ਨਾਮਦੇਵ ਨੇ ਵੀ ਕਿਹਾ ਸੀਗਾ ਕਿ ਮੈਂ ਅੰਨਾ ਹੈ, ਗੁਰੂ ਨੇ ਨਾਮ ਦੀ ਸੋਟੀ ਹੱਥ ਵਿੱਚ ਦਿੱਤੀ ਹੈ, ਮੈਂ ਉਹਦੇ ਸਹਾਰੇ ਆਪਦੇ ਘਰ ਪਹੁੰਚ ਗਿਆ ਹੈ ਜੀ। ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਕਰ ਜਾਓ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ। ਸੰਤ ਮਤ ਦੇ ਅੰਦਰ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ, ਸਚਾਈ ਆਪਦੀ ਲਿਹਾਜ਼ ਵੀ ਨਹੀਂ ਕਰਦੇਗੀ। ਇਹ ਨਹੀਂ ਸੰਤ ਕਹਿੰਦੇਗੇ ਕਿ ਅੰਨੇ ਦੀ ਟੇਕ ਲਿਆ, ਕਹਿਣ ਲੱਗੇ ਵੀ ਤੁਸੀਂ ਪਾਰ ਹੋ ਜਾਓਗੇ। ਉਹ ਤਾਂ ਵਿਚਾਰਾ ਆਪ ਡਿੱਗਦਾ ਫਿਰਦਾ ਹੈ। ਜਿਹਦਾ ਗੁਰੂ ਹੀ ਅੰਨਾ ਹੈ, ਗੁਰੂ ਹੀ ਸੱਚਖੰਡ ਨਹੀਂ ਪਹੁੰਚਿਆ ਗਿਆ, ਉਹ ਸਿੱਖ ਕਿੱਥੋਂ ਜਾ ਵੜਨਗੇ ਬਈ? ਮੈਂ ਉੱਪਰ ਦੱਸਿਆ ਗੁਰੂ ਨਾਨਕ ਦਾ ਵਾਕ ਵੀ ਜੇ ਸਾਹਿਬ ਦੇ ਹੱਥ ਵੱਤ ਹੈ, ਸੇਵਕ ਦੇ ਹੱਥ ਉਹੀ ਆਏਗੀ। ਜੇ ਸਾਹਿਬ ਤੁਹਾਡਾ ਨੰਗਾ ਭੁੱਖਾ ਹੈ, ਉਹ ਨਫਰ ਨੂੰ ਕਿੱਥੋਂ ਦੇ ਦੇਵੇਗਾ? ਗੁਰੂ ਕੋਲੇ ਰੂਹਾਨੀਅਤ ਹੈ ਤਾਂ ਹੀ ਸੇਵਕ ਨੂੰ ਮਿਲੇਗੀ। ਮੈਂ ਕਹਿਣਾ ਹੁੰਦਾ ਗੁਰੂ ਧਾਰਨ ਵਿੱਚ ਸਭ ਤੋਂ ਪਹਿਲਾਂ ਮਹਾਤਮਾ ਦੀ ਤੁਸੀਂ ਜ਼ਿੰਦਗੀ ਦੇਖੋ ਕਿ ਇਹਨੇ ਕਦੇ ਅਭਿਆਸ ਕੀਤਾ ਹੈ। ਕੋਈ 10 ਸਾਲ, ਕੋਈ 20 ਸਾਲ, ਕੋਈ 15 ਸਾਲ, ਕੋਈ ਅਭਿਆਸ ਕੀਤਾ ਹੈ, ਕੋਈ ਕੁਰਬਾਨੀ ਹੈ। ਜੇ ਅਸੀਂ ਢੌਂਗੀ ਦੇ ਮਗਰ ਲੱਗ ਜਾਵਾਂਗੇ ਕੀ ਮਿਲੇਗਾ ਬਈ ਸਾਨੂੰ? ਇਸ ਵਾਸਤੇ ਸੰਤ ਮਹਾਤਮਾ ਲਿਹਾਜ਼ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਪਿਆਰਿਓ, ਗੁਰੂ ਪੂਰਾ ਹੋਵੇ, ਸ਼ਬਦ ਰੂਪੀ ਸ਼ਬਦ ਅਭਿਆਸੀ, ਜਿਹੜਾ ਸ਼ਬਦ ਦਾ ਅਭਿਆਸ ਕਰਦਾ ਹੋਵੇ, ਸੇਵਕ ਨੂੰ ਉਸ ਅਭਿਆਸ ਦੇ ਵਿੱਚ ਬਿਠਾਉਂਦਾ ਹੋਵੇ।
ਐਸਾ ਗੁਰੂ ਚੇਲਿਆਂ ਦੀ ਗਿਣਤੀ ਨਹੀਂ ਵਧਾਉਂਦਾ ਹੁੰਦਾਗਾ। ਲੇਕਿਨ ਸਾਡੇ ਕੀ ਹਾਲਤ ਅਸੀਂ ਦੇਖਦੇ ਹਾਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਅਸੀਂ ਇਹ ਦੇਖਦੇ ਹਾਂ ਇੱਥੇ ਇਕੱਠ ਬੜਾ ਹੈ। ਤੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਵੀ ਇਕੱਠ ਤਾਂ ਇਹ ਸਬੂਤ ਨਹੀਂ ਵੀ ਇੱਥੇ ਪੂਰਾ ਗੁਰੂ ਹੈ। ਮਜਮੇ ਵਾਲੇ ਕੋਲ ਕਿੰਨੇ ਇਕੱਠੇ ਹੋ ਜਾਂਦੇ ਹੈ। ਪੂਰਾ ਗੁਰੂ ਕਦੇ ਵੀ ਆਪਦੇ ਗੁਣਾਂ ਦੀ ਨਮਾਇਸ਼ ਨਹੀਂ ਕਰਦਾਗਾ, ਕੋਈ ਇਸ਼ਤਿਹਾਰਬਾਜ਼ੀ ਨਹੀਂ ਕਰਦਾਗਾ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀਗੇ, 2 ਪੈਸੇ ਹੋਣ ਆਪਾਂ ਕਿੰਨਾ ਜੇਬ ਦੇ ਵਿੱਚ ਸੰਭਾਲ ਕੇ ਰੱਖਦੇ ਹਾਂ ਕਿ ਇੱਕ ਨਾਮ ਹੀ ਐਸੀ ਚੀਜ਼ ਹੈ, ਇੰਨਾ ਸਸਤਾ ਹੈ, ਇੰਨੀ ਸ਼ੋਹਰਤ ਹੈ। ਬਲਕਿ ਸੰਤ ਮਹਾਤਮਾ ਤਾਂ ਆਮ ਮੱਖੀਆਂ ਨੂੰ ਦੂਰ ਕਰਨ ਵਾਸਤੇ ਐਸੀ ਕੋਈ ਨਾ ਕੋਈ ਹਰਕਤ ਕਰ ਦਿੰਦੇ ਹੈ, ਸਾਰੀ ਜ਼ਿੰਦਗੀ ਲੋਕ ਨਹੀਂ ਭੁੱਲਦੇਗੇ। ਸਿਰਫ ਪ੍ਰੇਮੀ ਨੇੜੇ ਆਉਂਦੇ ਹੈ, ਬਾਕੀ ਦੂਰ ਹੀ ਰਹਿੰਦੇ ਹੈ। स्वामी जी ने कहे, निंदिया चौकीदार बिठाई, कोई जीव तसने ना पाई। हुण स्वामी जी दी तुहानू पता है कितना चिर हो गया, 100 साल 125 साल हो गया है। अजे भी लोग कहते हैं जी ये खाने च थुकते है। की सी कि संत जो लंगर चलाउंदे है वो प्रेमियां वास्ते है, दूरों नेड़े आउंदे है, उन्हां वास्ते खाने का इंतजाम बड़ा जरूरी हुंदा है। तो ਜਿਹੜੇ ਸ਼ਹਿਰ ਦੇ ਸੀ ਲੋਕ, ਨਾਲੇ ਤਾਂ ਉਹਨਾਂ ਨੇ ਟਚਕਾਰੇ ਲਾ ਜਾਣੇ ਉੱਥੇ ਆਗਰੇ ਲੰਗਰ ਚੋਂ, ਤੋਂ ਨਾਲੇ ਖਾਣਾ ਖਾ ਲੈਣਾ। ਪ੍ਰੇਮੀ ਜਿਹੜੇ ਸੀ ਉਹ ਤਿਆਰ ਕਰਦੇ ਰਹਿੰਦੇ ਸੀਗੇ। ਇੱਕ ਦਿਨ ਉਹਨਾਂ ਨੇ ਕਿਹਾ ਵੀ ਇਹ ਮੱਖੀਆਂ ਨੂੰ ਕਿਵੇਂ ਦੂਰ ਕਰੀਏ। ਉਹ ਪਾਣੀ ਮੂੰਹ ਦੇ ਵਿੱਚ ਪਾਈ ਆਏ, ਸਾਰੇ ਦੇਖਦੇ ਸੀ, ਉੱਤੇ ਕੁਰਲੀ ਸਿੱਟਦੀ। ਬਸ ਫਿਰ ਤੁਹਾਨੂੰ ਪਤਾ ਸ਼ਨਾਟਾ ਛਾ ਗਿਆ। ਹੁਣ ਤਾਂ ਹੀ ਲੋਕ ਹੈ। मैं शुरू ਦੇ ਵਿੱਚ ਮਾਂਝੂਵਾਸ ਸਤਸੰਗ ਕੀਤਾ। ਉਹ ਚੌਧਰੀ ਮੇਰੇ ਅੱਛੇ ਪ੍ਰੇਮੀ ਹੈ, ਹੁਣ ਵੀ ਆਉਂਦੇ ਜਾਂਦੇ ਹੈ। ਤੋ ਉਹਨਾਂ ਨੇ ਬਾਤ ਬਣਾਈ, ਕਹਿਣ ਲੱਗੇ ਇਹਨਾਂ ਦੇ ਗੁਰੂ ਨੂੰ ਵੀ ਬੜੀ ਖੰਘ ਸੀ ਕਿ ਕਿਉਂਕਿ ਉਹਨਾਂ ਨੇ ਦੇਖਿਆ ਸੀ ਮਹਾਰਾਜ ਕਿਰਪਾਲ ਨੂੰ। ਉਹਨਾਂ ਨੂੰ ਥੋੜਾ ਜਿਹਾ ਪਿਛਲੇ ਦਿਨਾਂ 'ਚ ਆ ਕੇ ਕਾਫੀ ਖਾਂਸੀ ਸੀ। ਥੁੱਕਦਾਨ ਜਿਹੜਾ ਸੀ, ਪੀਕਦਾਨ, ਉਹ ਕੋਲੇ ਰੱਖਦੇ ਸੀਗੇ। ਤੇ ਇਹਨੂੰ ਕਿ ਉਹ ਜਿਹੜਾ ਥੁੱਕ ਸੀ ਉਹ ਦੇ ਗਿਆ। ਹੁਣ ਕਿ ਲੰਗਰ 'ਚ ਪਾਉਂਦਾ। चौधरिया ने आके मेरे को बात करी, कहने लगे जी एक शंका है। मैं कहा दसो। कोई सब तो वड्डी शंका यह है भी की तुसी वाकई थुक पाउने हो, की तुसी साम के रखिया डब्बी च। फिर मैं उन्होंने महाराज सावन सिंह की कहानी दसी प्यार ना। मैं आख्या महाराज सावन सिंह शिमले दे विच सत्संग कर रहे सीगे। उत्थे 2-4 बड़े रहीश जेंटलमैन सिख आए, सत्संग सुनिया, बड़े खुश होए। जदों उत्थे प्रसाद वंडण लगे संगत दे विच, वो कहण लगे महाराज नूं कि जी प्रसाद सुच्चा है कि झूठा। तो महाराज कहते भी सुच्चा भी है और झूठा भी है। अगे जी 2 गल्लां नहीं हो सकदियां। वो कहण लगे भी नहीं हो सकदियां है। कि वो किवें? कि आपां जदों अरदास करते हैं प्रसाद करके कि हे परमात्मा तैनू भोग लगे, तेरी रसना यह प्रसाद लैक होवे और साध संगत नू तेरा शीतल प्रसाद मिले। जे तो हुण भोग लग गया तो झूठा हो गया, ते जे नहीं लग्या तो प्रसाद एवें गया। ये असीं जब प्रसाद वंडदे हैं उस अकाल पुरख दे अगे रखते हैं ते बेनती करते हैं कि तेरी रसना लैक होवे, तेरा शीतल प्रसाद साध संगत नूं मिले। तो वह हुण की सी, कोई इहो जिहे दे अड़के चढ़े हुए सीगे। तो महाराज बैठे सीगे, कहण लगे देखो बई सारी संगत बैठी है, मेरे लड़के बैठे है, मैं सारी जिंदगी कदे इन्हां नूं साथ नहीं खवाया कि जिहड़ा महात्मा दिन रात कमाई करदा है शब्द नाम दी, वो सानू नाल फुलके खवाएगा कि वो कदे विच किसी अन्न पानी दे थुकेगा कि उसकी कमाई नहीं जाएगी। महात्मा ने तो आपकी कमाई नूं बड़े ही जिंदरे ला के रखे हुंदे आ, सेब विच रखिया हुंदा है। महाराज किरपाल कहंदे हुंदे सी, अतर वेचण वाला बेशक जिन्ना मर्जी ढक्कण ला ले फिर भी किते ना किते खुशबू प्रेमियां नूं चढ़ जाती है। वो खुशबू ही है जिहड़ी उन्हां नूं जंगलां जा भालदी है। यह है परम पाया हुंदा है। वो चौधरी हमेशा ही आउंदे आ, हुण हसदे हुंदे आ, कहंदे जी
ਰਹਿ ਗਏ ਸੀਗੇ ਜੇ ਤੁਹਾਡੇ ਨਾਲ ਨਾ ਬੈਠ ਕੇ ਗੱਲ ਕਰਦੇ। ਪਰ ਮੇਰਾ ਕਹਿਣ ਦਾ ਭਾਵ ਇਹ ਹੈ, ਬਲਕਿ ਸੰਤ ਤਾਂ ਬਜਾਏ ਇਸ਼ਤਿਹਾਰਬਾਜ਼ੀ ਤੋਂ ਐਸੇ ਹਰਕਤ ਕਰ ਦਿੰਦੇ ਆ ਕਿ ਸਾਰੀ ਜ਼ਿੰਦਗੀ ਲੋਕ ਉਹ ਨਿੰਦਿਆ ਹੀ ਕਰਦੇ ਰਹਿਣ। ਪ੍ਰੇਮੀ ਉੱਥੇ ਇਕੱਠੇ ਹੋਣ, ਨਿੰਦਿਆ ਚੌਂਕੀਦਾਰ ਬਿਠਾਏ। ਹਰ ਇੱਕ ਬੰਦੇ ਨੂੰ ਚੌਂਕੀਦਾਰ ਦੀ ਲੋੜ ਹੈ ਕਿ ਨਹੀਂ ਬਈ? ਤੋ ਸੰਤ ਇਸ ਤੋਂ ਕੰਮ ਲੈਂਦੇ ਆ, ਚੌਂਕੀਦਾਰੇ ਦਾ ਕੰਮ ਕਰਦੀ ਹੈ। ਸਿਰਫ ਪ੍ਰੇਮੀ ਆਉਣਗੇ, ਬਾਕੀ ਰਹਿ ਜਾਣਗੇ। ਬਾਕੀ ਕਹਿਣਗੇ ਤੈਨੂੰ ਪਤਾ ਹੈ ਮੈਂ ਉੱਥੇ ਕਿਉਂ ਨਹੀਂ ਜਾਂਦਾ। ਲੈ, ਉੱਥੇ ਕੋਈ ਇਹ ਉਪਦੇਸ਼ ਥੋੜ੍ਹਾ ਦਿੰਦੇ ਆ, ਉਹ ਰੱਬ ਨੂੰ ਨਹੀਂ ਮੰਨਦੇ। ਹੁਣ ਤੁਸੀਂ ਦੱਸੋ, ਜੇ ਸੰਤ ਰੱਬ ਨੂੰ ਨਹੀਂ ਮੰਨਣਗੇ ਤਾਂ ਮੰਨੇਗਾ ਕੌਣ ਬਈ? ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਹੀਂ ਠਾਓ। ਸਭ ਤੋਂ ਪਹਿਲਾਂ ਪੂਰਨ ਗੁਰੂ ਦੀ ਖੋਜ। ਫੇਰ ਜਦੋਂ ਅਸੀਂ ਨਾਮ ਲੈ ਲਿਆ ਹੈ, ਫੇਰ ਸਾਨੂੰ ਇੱਧਰ ਉਧਰ ਨਹੀਂ, ਇਹ ਨਹੀਂ ਵੀ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਪੂਰਨ ਗੁਰੂ ਹੈ, ਭਰੋਸਾ ਹੈ, ਫਿਰ ਤੁਸੀਂ ਨਾਮ ਲੈ ਲਿਆ, ਉਹਦੀ ਕਮਾਈ ਕਰੋ। ਮਹਾਪਾਪ ਹੈ ਫਿਰ ਨਾਮ ਲੈ ਕੇ ਅਸੀਂ ਹੋਰ ਪਾਸੇ ਖੋਜਦੇ ਫਿਰਦੇ ਹਾਂ ਜੀ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਹੀਂ ਠਾਓ। ਇਸ ਦਫਾ ਉੱਥੇ ਸਾਹਮਣੇ ਅੰਗਰੇਜ਼ਾਂ ਨੇ ਸਵਾਲ ਕੀਤਾ ਸੀਗਾ ਕਿ ਜੀ ਗੁਰੂ ਸਿੱਖ ਕਿਸ ਤਰ੍ਹਾਂ ਲਿਜਾਂਦਾ ਹੈ ਆਤਮਾ ਨੂੰ। ਸਾਡੇ ਅਗਨੀਹੋਤਰੀ ਪ੍ਰੇਮੀ ਵੀ ਬੈਠੇ ਆ, ਇਸ ਸਵਾਲ ਦਾ ਜਵਾਬ ਇਹਨਾਂ ਨੇ ਸੁਣਿਆ ਸੀਗਾ। ਉੱਥੇ ਦੋ ਪ੍ਰੇਮੀ ਮੈਂ ਦੀਵਾਰ ਦੇ ਸਾਥ ਸਾਥ ਟਹਿਲਦੇ ਫਿਰਦੇ ਸੀ। ਇੱਕ ਦਾ ਨਾਮ ਮੈਕਲ ਸੀ, ਦੂਜੀ ਸ਼ੈਲੀ ਸੀ। ਤੋ ਮੈਕਲ ਤੇਜ਼ ਤੁਰਦਾ ਸੀ, ਸ਼ੈਲੀ ਹੌਲੀ ਹੌਲੀ ਵਿਚਾਰੀ ਪਿੱਛੇ ਉਹਦੇ ਜਾ ਰਹੀ ਸੀ। ਮੈਂ ਉਹਨਾਂ ਨੂੰ ਬੜੀ ਮਿਸਾਲ ਦਿੱਤੀ। ਮੈਂ ਕਿਹਾ ਮੈਂ ਉੱਪਰ ਚੁਬਾਰੇ 'ਚ ਖੜਾ ਸੀਗਾ, ਮੈਕਲ ਸ਼ੈਲੀ ਪਿੱਛੇ ਦੀਵਾਰ ਦੇ ਜਾ ਰਹੇ ਸੀਗੇ ਸਾਥ ਸਾਥ ਉਸਦੇ। ਇਸ ਤਰ੍ਹਾਂ ਇਹ ਹੈ, ਜਦੋਂ ਰੂਹਾਨੀ ਚੜ੍ਹਾਈ ਚੜ੍ਹਦੇ ਆ, ਹਰ ਮੰਡਲ ਦੇ ਉੱਤੇ ਗੁਰੂ ਅੱਗੇ ਹੁੰਦਾ ਹੈ, ਆਤਮਾ ਪਿੱਛੇ ਹੁੰਦੀ ਹੈ। ਤੋ ਸਾਡੇ ਉਹ ਪ੍ਰਿੰਸੀਪਲ ਹੈ ਜਿਹੜਾ ਕੈਂਟ, ਉਹ ਬੜਾ ਅੱਛਾ ਪੜ੍ਹਿਆ ਲਿਖਿਆ ਹੈ, ਕਾਫੀ ਇਹ ਜੀ ਸਮਝਦਾਰ ਰੱਖਦਾ ਹੈ। ਜਦੋਂ ਮੈਂ ਤੁਰਨ ਲੱਗਿਆ ਤਾਂ ਉਹਨੇ ਇੱਕ ਕਾਰਟੂਨ ਬਣਾਇਆ। ਤੁਰਨ ਲੱਗੇ ਇਹਨੂੰ ਕਹਿਣ ਲੱਗਿਆ, ਆ ਵੇਖੋ ਜੀ ਮੈਂ ਮੈਕਲ ਬਣਾਤਾ, ਸ਼ੈਲੀ ਬਣਾਤੀ, ਇਹ ਆਤਮਾ ਹੈ, ਇਹ ਸ਼ਬਦ ਹੈ, ਆ ਤੁਹਾਡੇ ਮਗਰ ਲਾਤੀ ਹੈ ਕਿ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ, ਜੇ ਤੁਹਾਡਾ ਗੁਰੂ ਸੱਚਖੰਡ ਜਾਂਦਾ ਹੈ ਤੇ ਤੁਹਾਨੂੰ ਉਹ ਨਾਲ ਲੈ ਕੇ ਜਾਏਗਾ, ਉਹਦੇ ਮਗਰ ਹੀ ਤੁਰੋਗੇ ਨਾ। ਰਸਤਾ ਤਾਂ ਕਿ ਗੁਰੂ ਹੀ ਤੁਹਾਨੂੰ ਤੈਅ ਕਰਾਏਗਾ ਨਾ। ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ। ਸੇਵਕ ਅੰਦਰ ਪੈਰ ਪੈਰ ਤੇ ਭੁੱਲਦਾ ਹੈ। ਭੁੱਲੇ ਤਾਂ ਅਸੀਂ ਬਾਹਰ ਦੁਨੀਆ ਦੇ ਜੰਗਲ ਵਿੱਚ ਭੁੱਲੇ ਬੈਠੇ ਹਾਂ, ਵਿਸ਼ੇ ਬਕਾਰਾਂ 'ਚ ਭੁੱਲੇ ਬੈਠੇ ਹਾਂ। ਹੁਣ ਭੁੱਲੇ ਆ ਤਾਂ ਇੱਥੇ ਬੈਠੇ ਹਾਂ, ਤੋ ਅੰਦਰ ਤਾਂ ਅਸੀਂ ਦੇਖੇ ਕੁਝ ਨਹੀਂ ਹੁੰਦਾਗਾ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ ਜੀ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ। ਬਿਨ ਸਤ ਗੁਰ ਨਾਉ ਨਾ ਪਾਈਏ। ਬਿਨ ਨਾਵੇਂ ਕਿਆ ਸੁਆਓ। ਪੂਰਨ ਗੁਰੂ ਤੋਂ ਬਗੈਰ ਜੋ ਨਾਮ ਜਪ ਕੇ ਨਾਮ ਰੂਪ ਹੋ ਗਿਆ, ਉਹ ਤੋਂ ਬਗੈਰ ਪੂਰਾ ਨਾਮ ਨਹੀਂ ਮਿਲਦਾ ਗਾ। ਨਾਮ ਦੀ ਲੱਜਤ ਦੇ ਬਰਾਬਰ ਦੁਨੀਆ ਦੀ ਕੋਈ ਵੀ ਲੱਜਤ ਨਹੀਂ ਜੀ। ਬਿਨ ਸਤ ਗੁਰ ਨਾਉ ਨਾ ਪਾਈਏ। ਬਿਨ ਨਾਵੇਂ ਕਿਆ ਸੁਆਓ। ਆਏ ਗਿਆ ਪਛੁਤਾਵਣਾ। ਜਿਉ ਸੁੰਝੇ ਕਰ ਕਾਉ। ਕਹਿਣ ਲੱਗੇ ਜੇ ਪੂਰਨ ਗੁਰੂ ਨਾ ਮਿਲਿਆ, ਪੂਰਾ ਨਾਮ ਨਾ ਮਿਲਿਆ, ਇਸੇ ਤਰ੍ਹਾਂ ਸਾਨੂੰ ਜਨਮ ਤਾਂ ਇਨਸਾਨ ਦਾ ਮਿਲ ਗਿਆ ਹੈ, ਪਰ ਅਸੀਂ ਕਿਸੇ ਲੇਖੇ 'ਚ ਨਹੀਂ ਐ ਚਲੇ ਜਾਵਾਂਗੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਸੁੰਝੇ ਘਰ ਦੇ ਵਿੱਚ ਕਾਂ ਟਪ ਟਪਾ ਕੇ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਕਦੇ ਦੁੱਖਾਂ 'ਚ ਕਦੇ ਸੁੱਖਾਂ 'ਚ ਟਪ ਟਪਾ ਕੇ ਆਪਦੀ ਜ਼ਿੰਦਗੀ ਜਿਹੜੀ ਹੈ ਬਤੀਤ ਕਰ ਜਾਂਦੇ ਹਾਂ। ਕਰਮਾਂ ਮੁਤਾਬਕ ਫੇਰ ਕਾਲ ਸਾਨੂੰ ਜਨਮ ਦੇ ਦਿੰਦਾ ਹੈ।
ਜੀ। ਆਏ ਗਿਆ ਪਚੋਤਾਵਣਾ ਜੋ ਸੁਣੇ ਕਰ ਕਾਓ ਬਿਨ ਨਾਵੇਂ ਦੁਖ ਦੇ ਹਰੀ ਜੋ ਕਲਰ ਕੀ ਪੀਤ। ਹੁਣ ਆਪ ਕਹਿੰਦੇ ਹੈ ਨਾਮ ਤੋਂ ਬਿਨਾ ਸਾਡਾ ਤਨ ਵੀ ਦੁਖੀ ਮਨ ਵੀ ਦੁਖੀ। ਤੋ ਆਤਮਾ ਉਸੇ ਪਿੰਜਰੇ 'ਚ ਤਨ ਦੇ 'ਚ ਰਹਿ ਰਹੀ ਹੈ, ਇਹਦੇ ਦੁੱਖਾਂ ਦਾ ਕੀ ਬਿਆਨ ਕਰੀਏ। ਕਹਿੰਦੇ ਇਸ ਤਰ੍ਹਾਂ ਦੁੱਖ ਦੇਹ ਨੂੰ ਖਾ ਜਾਂਦੇ ਹੈ ਜਿਵੇਂ ਕਲਰ ਦੀ ਕੰਧ ਭੁਰ ਕੇ ਡਿੱਗ ਪੈਂਦੀ ਹੈ। ਇਹੀ ਹਾਲਤ ਸਾਡੀ ਜ਼ਿੰਦਗੀ ਦਾ ਹੋ ਜਾਂਦਾ ਹੈ, ਇਹ ਸਦਾ ਨਹੀਂ ਰਹਿਣੀਗੀ ਜੀ। ਬਿਨ ਨਾਵੇਂ ਦੁਖ ਦੇ ਹਰੀ ਜੋ ਕਲਰ ਕੀ ਪੀਤ। ਤਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਾ ਚੀਤ। ਅਸੀਂ ਉਹਨਾਂ ਚਿਰ ਸੱਚਖੰਡ ਦੇ ਵਿੱਚ ਪਹੁੰਚ ਨਹੀਂ ਸਕਦੇ ਜਿੰਨਾ ਚਿਰ ਪੂਰਨ ਗੁਰੂ ਦੇ ਸ਼ਬਦ ਨਾਮ ਦੀ ਕਮਾਈ ਨਹੀਂ ਕਰਦੇ, ਪੂਰਨ ਗੁਰੂ ਨਹੀਂ ਮਿਲਦਾਗਾ ਜੀ। ਤਬ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਾ ਚੀਤ। ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦ ਨੀਤ। ਆਪ ਕਹਿੰਦੇ ਜਿਨ੍ਹਾਂ ਨੇ ਦੁਨੀਆ ਦੇ ਰੰਗ ਉਤਰ ਜਾਂਦੇ ਹੈ, ਆਪਾਂ ਸਤਸੰਗ ਸੁਣ ਕੇ ਕੁਛ ਨਾ ਕੁਛ ਤਾਂ ਛੱਡਦੇ ਹੀ ਹਾਂ, ਕਿਉਂਕਿ ਗੁਰੂ ਸਤਸੰਗ ਦੇ ਜ਼ਰੀਏ ਸਾਨੂੰ ਸਮਝਾਉਂਦੇ ਹੈ। ਇਸੇ ਵਾਸਤੇ ਨਾਮਦਾਨ ਦੇ ਵਕਤ ਵੀ ਦੱਸਿਆ ਜਾਂਦਾ ਹੈ ਕਿ ਬਈ ਸਤਸੰਗ ਦੇ ਵਿੱਚ ਆਉਣਾ ਹੈ, ਕਿਉਂਕਿ ਇੱਥੇ ਸਾਨੂੰ ਸਾਡੀਆਂ ਗਲਤੀਆਂ ਦਾ, ਸਾਡੀਆਂ ਕਮੀਆਂ ਦਾ ਪਤਾ ਲੱਗਦਾ ਹੈ, ਉਹਨਾਂ ਦੇ ਸੁਧਾਰਨ ਦਾ ਵੀ ਆਪਾਂ ਉਹ ਕਰਦੇ ਹਾਂ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਸ਼ਬਦ ਰਪੈ ਕਰ ਪਾਈਏ ਨਿਰਬਾਣੀ। ਕਹਿਣ ਲੱਗੇ ਜਦੋਂ ਸਾਡੇ ਤੋਂ ਦੁਨੀਆ ਦੇ ਰੰਗ ਉਤਰ ਜਾਂਦੇ ਹੈ, ਸ਼ਬਦ ਨਾਮ ਦਾ ਰੰਗ ਚੜ ਜਾਂਦਾ ਹੈ, ਤਾਂ ਫੇਰ ਹੀ ਅਸੀਂ ਆਪਦੇ ਘਰ, ਕਿਉਂਕਿ ਮੈਲੇ ਕੱਪੜੇ ਨੂੰ ਕੋਈ ਟਰੰਕ ਦੇ ਵਿੱਚ ਨਹੀਂ ਰੱਖਦਾਗਾ। ਇਸੇ ਤਰ੍ਹਾਂ ਮੈਲੀ ਆਤਮਾ, ਜੇ ਅਸੀਂ ਕਹਿੰਦੇ ਹਾਂ ਮਹਾਰਾਜ ਜੀ ਪਰਦਾ ਖੋਲੋ, ਖਿੱਚੋ ਆਤਮਾ ਨੂੰ, ਅਗਰ ਉਹ ਤੁਹਾਡੀ ਇਸ ਤਰ੍ਹਾਂ ਆਤਮਾ ਖਿੱਚਣਗੇ, ਤੁਸੀਂ ਸੋਚ ਕੇ ਦੇਖ ਲਓ ਕਿੰਨੀ ਤਕਲੀਫ ਹੋਏਗੀ। ਮੈਲਾ ਕੱਪੜਾ ਦੂਸਰਿਆਂ ਨੂੰ ਵੀ ਵੈਲੇ ਕਰ ਦਿੰਦਾ ਹੈ। ਮਹਾਰਾਜ ਕਿਰਪਾਲ ਬੜੇ ਪਿਆਰ ਨਾਲ ਸਮਝਾਉਂਦੇ ਹੁੰਦੇ ਸੀ ਕਿ ਜਿਵੇਂ ਰੇਸ਼ਮ ਦੀ ਝਾੜੀ ਹੈ, ਉਹ ਛਾਪਿਆਂ ਤੇ ਪਈ ਹੈ, ਜੇ ਆਪਾਂ ਹੌਲੀ ਹੌਲੀ ਉਸ ਨੂੰ ਉਹਨਾਂ ਕੰਡਿਆਂ 'ਚੋਂ ਕੱਢਾਂਗੇ ਤਾਂ ਕੱਪੜਾ ਬਚ ਜਾਏਗਾ, ਜੇ ਇੱਕਦਮ ਖਿੱਚਾਂਗੇ ਤਾਂ ਕੱਪੜਾ ਫਟ ਜਾਏਗਾ। ਇਹੀ ਹਾਲਤ ਸਾਡੀ ਆਤਮਾ ਦੀ ਹੈ ਜੀ। ਸ਼ਬਦ ਰਪੈ ਕਰ ਪਾਈਏ ਨਿਰਬਾਣੀ ਪਦ ਨੀਤ। ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾਓ। ਇਸ ਵਾਸਤੇ ਪਿਆਰ ਨਾਲ ਕਹਿੰਦੇ ਹੈ ਗੁਰ ਪੁੱਛ ਕਾਰ ਕਮਾਓ। ਜੋ ਗੁਰੂ ਕਹਿੰਦਾ ਹੈ, ਹੁਣ ਅਸੀਂ ਆਪਦੀਆਂ ਦਲੀਲਾਂ ਤਾਂ ਗੁਰੂ ਦੇ ਪੇਸ਼ ਕਰੀ ਜਾਂਦੇ ਹਾਂ, ਲੇਕਿਨ ਉਹ ਜਗ੍ਹਾ ਨਹੀਂ ਪਹੁੰਚਦੇ ਜਿੱਥੇ ਗੁਰੂ ਅੱਗੋਂ ਜਵਾਬ ਦਿੰਦਾ ਹੈ। ਜਵਾਬ ਗੁਰੂ ਹਰ ਗੱਲ ਦਾ ਦਿੰਦਾ ਹੈ, ਲੇਕਿਨ ਅਸੀਂ ਸੁਣ ਨਹੀਂ ਪਾ ਰਹੇ। ਇਸ ਵਾਸਤੇ ਆਪ ਕਹਿੰਦੇ ਗੁਰ ਪੁੱਛ ਕਾਰ ਕਮਾਓ। ਹੋ ਗੁਰ ਪੁੱਛੋ ਆਪਣੀ ਗੁਰ ਪੁੱਛ ਕਾਰ ਕਮਾਓ। ਸ਼ਬਦ ਸਲਾਹੀ ਮਨ ਵਸੈ ਹੋ ਮੈਂ ਦੁਖ ਜਲ ਜਾਓ। ਜੇ ਅਸੀਂ ਬਾਹਰ ਅਸਤੂਲ ਦੇ ਵਿੱਚ ਹਾਂ ਤੇ ਗੁਰੂ ਵੀ ਅਸਤੂਲ ਰੂਪ ਦੇ ਵਿੱਚ ਹੈ, ਸਾਡੇ ਸਵਾਲਾਂ ਦੇ ਜਵਾਬ ਦਿੰਦਾ ਹੈ। ਜੋ ਕੁਛ ਅਸੀਂ ਪੁੱਛਦੇ ਹਾਂ ਸਤਸੰਗ ਦੇ ਜ਼ਰੀਏ ਬੜੇ ਪਿਆਰ ਨਾਲ ਹੋ, ਇਹ ਸਾਡੇ ਸਵਾਲਾਂ ਦੇ ਜਵਾਬ ਹੀ ਹੁੰਦੇ ਹੈ। ਬਹੁਤ ਸਾਰੇ ਪ੍ਰੇਮੀ ਤੁਹਾਨੂੰ ਮਿਲ ਜਾਣਗੇ ਜਿਹੜੇ ਇਹ ਕਹਿੰਦੇ ਆ ਜੀ ਮੈਂ
ਮੈਂ ਬਾਤ ਤਾਂ ਪੁੱਛਣੀ ਸੀ ਪਰ ਸਤਸੰਗ 'ਚ ਉਹਦਾ ਜਵਾਬ ਆ ਗਿਆ ਹੈ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਸ਼ਬਦ ਸਲਾਹੀ ਮਨ ਵਸੈ ਹਉਮੈ ਦੁਖ ਜਲਦੀ। ਕਿਉਂਕਿ ਜਦੋਂ ਅਸੀਂ ਸਥੂਲ ਛੱਡਿਆ ਸੂਖਸ਼ਮ 'ਚ ਗਏ ਤੇ ਗੁਰੂ ਨੇ ਵੀ ਸੂਖਸ਼ਮ ਰੂਪ ਧਾਰਨ ਕਰ ਲੈਂਦਾ ਹੈ। ਜਦੋਂ ਅਸੀਂ ਕਾਰਨ ਜਾਣਦੇ ਹਾਂ, ਗੁਰੂ ਦਾ ਕਾਰਨ ਰੂਪ ਹੈ। ਤੋ ਜਦੋਂ ਅਸੀਂ ਪਾਰਬ੍ਰਹਮ ਦੇ ਵਿੱਚ ਜਾਂਦੇ ਹਾਂ, ਗੁਰੂ ਸਾਰ ਸ਼ਬਦ ਹੈ। ਤਾਂ ਉੱਥੇ ਦਿਨ ਰਾਤ ਸਾਡਾ ਜਿਹੜਾ ਦੇਹ ਅਸੀਂ ਜਿਸ ਨੂੰ ਫੜੀ ਬੈਠੇ ਹੁੰਦੇ ਹਾਂ, ਉਹਦਾ ਸਿਰਫ ਸ਼ੁਕਰਾਨਾ ਹੀ ਰਹਿ ਜਾਂਦਾ ਹੈ ਕਿ ਜੇ ਦੇਹ ਧਾਰ ਕੇ ਨਾ ਆਉਂਦਾ ਤੇ ਸਾਨੂੰ ਸ਼ਬਦ ਨਾ ਕੌਣ ਜੋੜਦਾ। ਗੁਰੂ ਨਾਨਕ ਨੇ ਵੀ ਕਿਹਾ, ਮੈਂ ਦੇਖ ਦੇਖ ਨਾ ਰੱਜਾ ਹਾਂ, ਗੁਰੂ ਸਤਿਗੁਰੂ ਦੇਹਾ। ਗੁਰੂ ਦੀ ਦੇਹ ਨਾਲ ਕੌਣ ਪਿਆਰ ਕਰੇਗਾ ਬਈ, ਜਿਹੜਾ ਅੰਦਰ ਇਸ ਜਗ੍ਹਾ ਤੇ ਪਹੁੰਚ ਗਿਆ। ਅੰਦਰ ਦੇਖਦਾ ਹੈ ਤਾਂ ਸ਼ਬਦ ਹੈ। ਹੁਣ ਸ਼ਬਦ ਗੁਰੂ ਦੀ ਦਿਨ ਰਾਤ ਵਡਿਆਈ ਕਰਦਾ ਹੈ ਕਿ ਧੰਨ ਹੈ ਤੂੰ ਕਿਸ ਤਰ੍ਹਾਂ ਇੱਕ ਛੋਟਾ ਜਿਹਾ ਬਣ ਕੇ ਸੰਸਾਰ ਵਿੱਚ ਗਿਆ ਸੀਗਾ। ਜਦ ਇੰਦਰਮਤੀ ਰਾਣੀ ਦੀ ਤੁਸੀਂ ਕਹਾਣੀ ਪੜ੍ਹਦੇ ਹੋ, ਜਦ ਉਹ ਸੱਚਖੰਡ ਗਈ ਤਾਂ ਕਬੀਰ ਸਾਹਿਬ ਨੂੰ ਕਹਿਣ ਲੱਗੀ, ਤੂੰ ਮੈਨੂੰ ਉਦੋਂ ਨਾ ਦੱਸਿਆ ਵੀ ਮੈਂ ਸਤਪੁਰਸ਼ ਹਾਂ। ਉਹ ਕਹਿਣ ਲੱਗੇ, ਤੂੰ ਮੰਨਣਾ ਸੀਗਾ ਵੀ ਇੱਕ ਜਲਾਹਾ ਸਤਪੁਰਸ਼ ਕਿਵੇਂ ਹੋ ਗਿਆ, ਤੂੰ ਹੁਣ ਕਰ ਲੈ ਜੋ ਕਰਨਾ ਹੈ। ਸੋ ਇਸ ਵਾਸਤੇ ਉੱਥੇ ਪਹੁੰਚ ਕੇ ਉਹ ਸ਼ਬਦ ਦੀ ਮਹਿਮਾ ਯਾਦ ਆ ਜਾਂਦੀ ਹੈ। ਦਿਨ ਰਾਤ ਉਹ ਸ਼ਬਦ ਦੀ ਮਹਿਮਾ, ਸ਼ਬਦ ਦੀ ਸਲਾਹਤਾ ਕਿ ਧੰਨ ਹੈ ਗੁਰੂ, ਧੰਨ ਹੈ ਤੂੰ ਮੇਰੀ ਗਰੀਬ ਆਤਮਾ ਤੇ ਰਹਿਮ ਕੀਤਾ ਹੈ ਜੀ। ਸ਼ਬਦ ਸਲਾਹੀ ਮਨ ਵਸੈ ਹਉਮੈ ਦੁਖ ਜਲ ਜਾਓ। ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ। ਆਤਮਾ ਇੱਕ ਡਰਾਪ ਸੀ, ਉਹ ਪ੍ਰਮਾਤਮਾ ਸ਼ਬਦ ਸਮੁੰਦਰ ਸੀਗਾ। ਸੁਭਾਵਕ ਹੀ ਉਹਦੇ ਵਿੱਚ ਜਾ ਕੇ ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਜਦੋਂ ਬੂੰਦ ਸਾਗਰ 'ਚ ਮਿਲ ਜਾਂਦੀ ਹੈ ਕਿ ਉਹਨੂੰ ਪਛਾਣਾਂਗੇ ਕਿ ਬੂੰਦ ਕਿਹੜੀ ਸੀ, ਸਾਗਰ ਕਿਹੜਾ ਹੈ। ਇੱਕ ਨਦੀ ਦਾ ਪਾਣੀ ਦੂਸਰੀ 'ਚ ਆ ਕੇ ਮਿਲ ਜਾਂਦਾ ਹੈ, ਕੋਈ ਪਛਾਣ ਸਕਦਾ ਹੈ ਵੀ ਇਹ ਉਸ ਨਦੀ ਦਾ ਪਾਣੀ ਹੈ। ਗੁਰੂ ਅਰਜਨ ਦੇਵ ਨੇ ਕਿਹਾ ਸੀ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਮਿਲ ਜੋਤ ਸਮਾਨਾ। ਸਾਡੀ ਇਹ ਛੋਟੀ ਜੋਤ ਜਿਹੜੀ ਆਤਮਾ ਹੈ, ਇਹ ਪਰਮ ਜੋਤ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ। ਦੋ ਦੀਵਿਆਂ ਦਾ ਪ੍ਰਕਾਸ਼ ਹੈ, ਤੁਸੀਂ ਪਛਾਣ ਲਓਗੇ ਵੀ ਇਹ ਕਿਹੜੇ ਦਾ ਹੈ। ਇਸੇ ਤਰ੍ਹਾਂ ਸਾਡੀ ਆਤਮਾ ਔਰ ਉਹ ਪ੍ਰਮਾਤਮਾ ਸ਼ਬਦ ਦੀ ਕੀ ਪਛਾਣ ਹੋ ਸਕਦੀ ਹੈ। ਆਤਮਾ ਜਾ ਕੇ ਉਹਦੇ ਵਿੱਚ ਸਮਾ ਜਾਂਦੀ ਹੈ, ਉਸੇ ਨੂੰ ਹੀ ਗਾਉਂਦੀ ਹੈ। ਬੁੱਲੇ ਸ਼ਾਹ ਨੇ ਕਿਸ ਤਰ੍ਹਾਂ ਇੱਕ ਹੀਰ ਰਾਂਝੇ ਦੀ ਮਿਸਾਲ ਦੇ ਕੇ ਕਿਹਾ ਸੀਗਾ, ਜਦੋਂ ਅੰਦਰ ਉਹ ਮਾਲਕ ਪ੍ਰਗਟ ਹੋ ਜਾਂਦਾ ਹੈ ਜਿਹਨੂੰ ਉਹਨੇ ਰਾਂਝਾ ਕਿਹਾ, ਸ਼ਬਦ ਨੂੰ ਰਾਂਝਾ ਕਿਹਾ ਹੈ, ਆਤਮਾ ਹੀਰ ਨੂੰ ਕਿਹਾ ਹੈ। ਉਹ ਸਹੇਲੀਆਂ ਸਖੀਆਂ ਨੂੰ ਪੁੱਛਦੀ ਹੈ ਕਿ ਕਿਤੇ ਰਾਂਝਾ ਨਹੀਂ ਦੇਖਿਆ, ਕਿਤੇ ਹੀਰ ਨਹੀਂ ਦੇਖੀ। ਉਹ ਸਖੀਆਂ ਕਹਿਣ ਲੱਗੀਆਂ ਕਿ ਤੂੰ ਕੌਣ ਹੈ, ਤੂੰ ਹੀਰ ਨਹੀਂ, ਕਿਉਂਕਿ ਉਹ ਭੁੱਲ ਗਈ ਸੀ। ਤੋ ਕਹਿੰਦੇ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ। ਵੀ ਮੈਂ ਉਹਨੂੰ ਰੋਜ਼ ਹੀ ਯਾਦ ਕਰਦੀ ਸਾਂ। ਸੱਦੋ ਨਹੀਂ ਮੈਨੂੰ ਧਿਦੋ ਰਾਂਝਾ, ਤੇ ਹੀਰ ਨਾ ਆਖੋ ਕੋਈ, ਤੇ ਮੈਨੂੰ ਕੋਈ ਹੀਰ ਨਾ ਹੁਣ ਕਹੋ। ਆਤਮਾ ਫਿਰ ਆਤਮਾ ਨਹੀਂ ਰਹਿੰਦੀ ਪਿਆਰਿਓ, ਇਸ ਸ਼ਬਦ ਦੇ ਵਿੱਚ ਮਿਲ ਕੇ ਇਹ ਵੀ ਪਰਮਾਤਮਾ ਬਣ ਜਾਂਦੀ ਹੈ। ਮਹਾਰਾਜ ਸਾਵਣ ਸਿੰਘ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਇੱਕ ਜ਼ਿਮੀਂਦਾਰ ਦੇ ਘਰੇ ਕੋਈ ਮਹਾਤਮਾ ਗਏ। ਉਹਨੂੰ ਜਦੋਂ ਨਾਮ ਦੇ ਮੁਤਲਕ ਦੱਸਣ ਲੱਗੇ, ਉਹ ਕਹਿਣ ਲੱਗਾ, ਜੀ ਮੇਰੀ ਜ਼ੁਬਾਨ ਤੇ ਨਹੀਂ ਚੜ੍ਹਦਾ ਗਾ, ਕੋਈ ਧਿਆਨ ਨਹੀਂ ਆਉਂਦਾ, ਦੁਨੀਆ ਦਾ ਇਹ ਆਉਂਦਾ ਹੈ। ਮਹਾਰਾਜ ਕਹਿੰਦੇ ਤੈਨੂੰ ਜ਼ਿਆਦਾ ਪਿਆਰ ਕਾਹਦੇ ਨਾਲ ਹੈ? ਕਹਿੰਦਾ ਜੀ ਮੈਂ ਮੱਝ ਦੀ ਕੱਟੀ ਪਾਲੀ ਸੀ, ਹੁਣ ਬੜੀ ਹੋਈ ਆ, ਉਹਦੇ ਨਾਲ ਬੜਾ ਲਗਾਓ ਹੈ। ਮਹਾਰਾਜ ਕਹਿੰਦੇ ਅਸੀਂ ਕੁਝ ਦਿਨਾਂ ਨੂੰ ਆਵਾਂਗੇ, ਤੂੰ ਅੰਦਰ ਬੈਠ ਕੇ ਮੱਝ ਦਾ ਹੀ ਧਿਆਨ ਧਰ। ਹੁਣ ਤੁਹਾਨੂੰ ਪਤਾ ਹੈ ਜਿਹਦੇ ਨਾਲ ਪਿਆਰ ਹੋਵੇ ਉਹਦਾ ਧਿਆਨ ਬਣਨਾ ਕੀ ਔਖਾ ਹੈ। ਉਹ ਥੋੜੇ ਦਿਨਾਂ 'ਚ ਧਿਆਨ ਪੱਕ ਗਿਆ। ਜਦ ਮਹਾਤਮਾ ਫੇਰ ਆਏ ਕਿ ਆ ਬਈ ਪ੍ਰੇਮੀਆਂ ਤੈਨੂੰ ਹੋਰ ਸਮਝਾਈਏ, ਕਹਿਣ ਲੱਗਾ ਜੀ ਮੈਂ ਆ ਤਾਂ ਜਾਵਾਂ ਪਰ ਬੂਆ ਜਿਹੜਾ ਉਹ ਤੰਗ ਹੈ, ਮੇਰੇ ਸਿੰਘ ਵੱਡੇ ਆ। ਮਹਾਰਾਜ ਕਹਿਣ ਲੱਗੇ ਕਿ ਤੂੰ ਕੌਣ ਹੈ? ਕਿ ਜੀ ਮੈਂ ਮੱਝ ਹੈ। ਮਹਾਤਮਾ ਨੇ ਆਪਦੀ ਤਵੱਜੋ ਦੇ ਕੇ ਸਰੀਰ ਵਿੱਚ ਲਿਆਂਦਾ ਕਿ ਨਹੀਂ ਵੀ ਪਿਆਰਿਆ ਤੂੰ ਬੰਦਾ ਹੈ। ਇਹ ਸਾਰੀ ਧਿਆਨ ਦੀ ਕਰਾਮਾਤ ਹੈ।
ਜਦੋਂ ਅਸੀਂ ਚੰਗੇ ਆਦਮੀ ਦੇ, ਚੰਗੇ ਮਹਾਤਮਾ ਦੇ ਗੁਣ ਧਾਰਨ ਕਰਾਂਗੇ, ਉਹਦੇ ਰੋਜ਼ ਸਰੂਪ ਦਾ ਧਿਆਨ ਕਰਾਂਗੇ, ਤੇ ਉਹਦੀਆਂ ਸਾਰੀਆਂ ਚੰਗਿਆਈਆਂ ਸਾਡੇ ਵਿੱਚ ਆ ਜਾਣਗੀਆਂ। ਜਦ ਅਸੀਂ ਮੈਲੇ ਆਦਮੀ ਦਾ ਧਿਆਨ ਕਰਾਂਗੇ ਤੇ ਸਾਰੀ ਗੁਲਾਜਤ ਉਹਦੀ ਐਬ ਸਾਡੇ ਵਿੱਚ ਆ ਜਾਣਗੇ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਸਹਜੇ ਹੋਇਆ ਮਿਲਾਵੜਾ ਸੁਭਾਵਕ ਹੀ ਜਦੋਂ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤੇ ਮਿਲਾਪ ਹੋ ਜਾਂਦਾ ਹੈ। ਆਤਮਾ ਉਹ ਪਰਮਾਤਮਾ 'ਚ ਮਿਲ ਕੇ ਪਰਮਾਤਮਾ ਕਹਾਉਂਦੀ ਹੈ ਜੀ। ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਨਿਰਮਲੇ ਭੇਖ ਵੀ ਹੈ, ਮੈਨੂੰ ਵੀ ਉਹਨਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ, ਲੇਕਿਨ ਜਦ ਬਾਣੀ ਪੜ੍ਹਦੇ ਸੀਗੇ ਉਹਦੇ ਨਾਲ ਮੇਲ ਨਹੀਂ ਖਾਂਦਾਗਾ। ਤੇ ਕਈ ਮੈਂ ਐਸੇ ਸਵਾਲ ਕੀਤੇ ਜਦੋਂ ਬਾਬੇ ਮੇਰੇ ਤੇ ਨਾਰਾਜ਼ ਹੋਏ ਕਿ ਨਹੀਂ ਬਈ ਇਹ ਤੇਰੇ ਸਵਾਲ ਹੈ ਜਿਹੜੇ ਇਹ ਗਲਤ ਹੈ। ਮੈਂ ਇਹੀ ਬਾਣੀ ਪੜ੍ਹ ਕੇ ਸੁਣਾਉਂਦਾ ਹੁੰਦਾ ਸੀਗਾ, ਕੌਣ ਨਿਰਮਲੇ ਹੈ ਬਈ? ਜਿਹੜੇ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਉਹਨਾਂ ਨੂੰ ਨਿਰਮਲੇ ਕਹਿ ਲੋ, ਸੰਨਿਆਸੀ ਕਹਿ ਲੋ। ਸੰਨਿਆਸੀ ਵੀ ਇੱਕ ਪੰਥ ਹੈ, ਤਾਂ ਉਹ ਇਸ ਤਰ੍ਹਾਂ ਸੰਨਿਆਸ ਤਾਂ ਨਹੀਂ ਨਾ ਬਣਦਾਗਾ। ਸੰਨਿਆਸ ਕਿੱਥੇ ਹੈ? 10ਵੇਂ ਦੁਆਰ ਪਾਰ ਬ੍ਰਹਮ ਦੇ ਵਿੱਚ ਪਹੁੰਚੇ, ਜਿੱਥੇ ਸਾਰੀਆਂ ਆਸਾਂ ਤ੍ਰਿਸ਼ਨਾ ਸੁੰਨ ਹੋ ਜਾਂਦੀਆਂ ਹਨ। ਇੱਕ ਪਰਮਾਤਮਾ ਹੈ ਅੰਦਰ। ਹੁਣ ਸੰਨਿਆਸੀ ਬਣਦੇ ਤਾਂ ਨਹੀਂ, ਸੰਨਿਆਸੀ ਹੋਣ ਦਾ ਹੰਕਾਰ ਹੋ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਨਿਰਮਲੇ ਕੌਣ ਆ ਬਈ? ਜਿਹੜੇ ਸ਼ਬਦ ਦੇ ਵਿੱਚ ਰਚ ਗਏ ਹੈ, ਜਿਨ੍ਹਾਂ ਦੇ ਅੰਦਰ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਮੋਹ ਹੰਕਾਰ ਨਹੀਂ, ਜਿਹੜੇ 5 ਡਾਕੂਆਂ ਤੋਂ ਬਚੇ ਹੈ, ਉਹ ਨਿਰਮਲੇ ਹੈ। ਅਗਰ ਐਸਾ ਨਿਰਮਲਾ ਮਿਲਦਾ ਹੈ ਤਾਂ ਅਸੀਂ ਪੈਰ ਪਕੜ ਨੂੰ ਤਿਆਰ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਤੁਸੀਂ ਆਪ ਦੇ ਅੰਦਰ ਇਹ ਗੁਣ ਧਾਰਨਾ ਕਰੋ। ਕਿੱਥੇ ਪਹੁੰਚੋ? ਪਾਰ ਬ੍ਰਹਮ ਦੇ ਵਿੱਚ ਪਹੁੰਚੋ ਜੇ ਨਿਰਮਲੇ ਬਣਨਾ ਹੈ ਤਾਂ। ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜੋ ਸਥੂਲ ਗੰਢ ਹੈ ਉਹ ਅੱਖਾਂ ਦੇ ਪਿੱਛੇ ਹੈ, ਸੂਖਸ਼ਮ ਤਿਰਕੁਟੀ ਦੇ ਅੰਦਰ ਹੈ। ਇਹਦੋਂ ਅੱਗੇ ਇਹਦਾ ਨਾਮ ਨਿਸ਼ਾਨ ਨਹੀਂਗਾ ਜੀ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਨਾਮ ਸਲਾਹਨ ਸਦ ਸਦਾ ਹਰ ਰਾਖੋ ਉਰਧਾਰ। ਉਸ ਦੇ ਬਹਿੰਦੇ ਨਾਮ ਦੀ ਵਡਿਆਈ ਕਰਦੇ ਹੈ, ਮਹਿਮਾ ਗਾਉਂਦੇ ਹੈ। ਆਪਦੇ ਸੇਵਕਾਂ ਨੂੰ ਵੀ ਨਾਮ ਦੀ ਮਹਿਮਾ ਗਾਉਣ ਲਾਉਂਦੇ ਹੈ। ਇਸ ਵਾਸਤੇ ਉਹਨਾਂ ਨੇ ਆਪ ਦੇ ਅੰਦਰ ਆਪਣੇ ਗੁਰੂ ਨੂੰ ਟਿਕਣ ਦੀ ਜਗ੍ਹਾ ਬਣਾ ਲਈ ਹੈ। ਉਹਨਾਂ ਦੇ ਅੰਦਰ ਦਿਨ ਰਾਤ ਉਹਨਾਂ ਨੂੰ ਆਧਾਰ ਆਪਣੇ ਪੂਰਨ ਗੁਰੂ ਦਾ ਹੈ ਜੀ। ਨਾਮ ਸਲਾਹਨ ਸਦ ਸਦਾ ਹਰ ਰਾਖੇ ਉਰਧਾਰ। ਸੋ ਕਿਉ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ। ਕਿ ਐਸੇ ਗੁਰੂ ਨੂੰ, ਐਸੇ ਪਰਮਾਤਮਾ ਨੂੰ ਜਿਹੜਾ ਸਾਨੂੰ ਸਭ ਨੂੰ ਉਧਾਰ ਦੇ ਰਿਹਾ ਹੈ, ਕਣ ਕਣ ਦੇ ਵਿੱਚ ਵਿਆਪਕ ਹੈ, ਉਹੀ ਆਪਦੇ ਐਸੇ ਘਰ ਨੂੰ ਛੱਡ ਕੇ ਸਾਡੇ ਆਤਮਾ ਦੇ ਖਾਤਰ ਇੱਕ ਬਿਮਾਰੀਆਂ ਦਾ ਖੋਲ ਤਾਰ ਕੇ ਆਉਂਦਾ ਹੈ। ਕਿ ਉਹਨੂੰ ਭੁੱਲਣਾ ਚਾਹੀਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਉਹਨੂੰ ਕਿਸ ਤਰ੍ਹਾਂ ਭੁੱਲਾਂਗੇ? ਉਹਨੇ ਜਿਹੜੀ ਭੁੱਲਿਆ ਜਿੰਨਾ ਚਿਰ ਅੰਦਰ ਜਾ ਕੇ ਉਹ ਸਚਾਈ ਨੂੰ ਨਹੀਂ ਦੇਖਦੇਗੇ ਜੀ। ਸੋ ਕਿਉ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ। ਸ਼ਬਦ ਮਰੈ ਸੋ ਮਰ ਰਹੇ ਫਿਰ ਮਰੈ ਨ ਦੂਜੀ ਵਾਰ। ਜੋ ਸ਼ਬਦ ਨਾਮ ਦੀ ਕਮਾਈ ਕਰਕੇ ਸ਼ਬਦ ਦੇ ਵਿੱਚ ਜਜ਼ਬ ਹੋ ਜਾਂਦੇ ਹੈ, ਇੱਕ ਵਾਰੀ ਮਰ ਕੇ ਜੀ ਪੈਂਦੇ ਹੈ। ਕਹਿਣ ਲੱਗੇ ਉਹਨਾਂ ਨੂੰ ਵਾਰ-ਵਾਰ ਇਹ ਸੰਸਾਰ ਦੇ ਵਿੱਚ ਆ ਕੇ ਜੰਮਣ ਮਰਨ ਦਾ ਕਸ਼ਟ ਨਹੀਂ ਸਹਿਣਾ ਪਏਗਾ। ਹੁਣ ਕੀ ਹਾਲਤ ਹੈ ਸਾਡੀ? ਜਨਮ ਹੁੰਦਾ ਹੈ,
ਮੌਤ ਅੱਖਾਂ ਅੱਗੇ ਆ ਜਾਂਦੀ ਹੈ, ਉਹ ਤੋਂ ਛੁਟਕਾਰਾ ਨਹੀਂ ਪਾਇਆ ਹੁੰਦਾ, ਕਲਬੂਤ ਹੋਰ ਘੜਿਆ ਪਿਆ ਹੁੰਦਾ ਹੈ, ਅਜੇ ਪਿਛਲੀਆਂ ਪੇਸ਼ੀਆਂ ਮੁੱਕੀਆਂ ਨਹੀਂ, ਅਗਲੀ ਹੋਰ ਧਰਮਰਾਜ ਦੇ ਪੇਸ਼ ਹੁੰਦੀ ਹੈ। ਉਹ ਸਾਡੇ ਕਰਮਾਂ ਦੇ ਮੁਤਾਬਕ ਹੋਰ ਕਲਬੂਤ ਘੜੀ ਬੈਠਾ ਹੈ। ਉਹ 10 ਨੰਬਰੀਆਂ ਦੀ ਤਰ੍ਹਾਂ ਜਿਹਦੀ ਹੱਥ ਘੜੀ ਲੱਗੀ ਰਵੇ, ਉਹ ਜਿਹਦੀ ਨਿਤ ਪੇਸ਼ੀ ਹੋਵੇ। ਤੁਸੀਂ ਦੇਖ ਲਓ, ਜਿਹੜੇ ਨਿਤ ਥਾਣੇ 'ਚ ਜਾ ਕੇ ਹਾਜ਼ਰੀ ਲਾਉਣ, ਕੋਈ ਉਹਨਾਂ ਦੀ ਜੂਨ ਹੈ। ਇਹ ਸਾਡੀ ਹਾਲਤ ਹੈ। ਗੁਰੂ ਨਾਨਕ ਤਰਸ ਕਰਕੇ ਬਿਆਨ ਕਰਦੇ ਆ ਕਿ ਪਿਆਰਿਓ, ਇਹ ਹਾਲਤ ਹੈ। ਜਿੱਥੇ ਜਾਂਦੇ ਉੱਥੇ ਤਨ ਔਰ ਮਨ ਦਾ ਪਿੰਜਰਾ ਹੈ। ਜਿੱਥੇ ਤਨ ਹੈ, ਕਬੀਰ ਸਾਹਿਬ ਕਹਿੰਦੇ, ਤਨ ਧਰ ਸੁਖੀਆ ਕੋਈ ਨਾ ਦੇਖਿਆ, ਜੋ ਦੇਖਿਆ ਸੋ ਦੁਖੀਆ ਹੈ। ਚਾਹੇ ਕੋਈ ਬਰਮਾ ਦੇ ਤਨ ਵਿੱਚ ਆਇਆ, ਜੇ ਵਿਸ਼ਨੂੰ ਦੇ ਤਨ ਵਿੱਚ ਆਇਆ ਹੈ, ਇੱਥੇ ਕਸ਼ਟ ਭੋਗਣੇ ਹੀ ਪਏ ਆ ਹਰੇਕ ਨੂੰ। ਤੁਸੀਂ ਦੇਖ ਲਓ, ਰਾਮਚੰਦਰ ਕ੍ਰਿਸ਼ਨ ਕਿਸ ਤਰ੍ਹਾਂ ਦੇ ਤ੍ਰਿਲੋਕੀ ਦੇ ਨਾਥ ਸਨ, ਕਿਸ ਤਰ੍ਹਾਂ ਉਹਨਾਂ ਨੂੰ ਕਸ਼ਟ ਉਠਾਉਣੇ ਪਏ ਬਈ। ਤੋ ਕਬੀਰ ਸਾਹਿਬ ਨੇ ਕਿਹਾ, ਚਾਹੇ ਰਾਜਾ ਹੈ ਚਾਹੇ ਪ੍ਰਜਾ ਹੈ, ਜਿਹੜਾ ਤਨ ਧਾਰ ਕੇ ਆਇਆ ਉਸ ਨੂੰ ਦੁੱਖ ਵੀ ਦੇਖਣੇ ਪਏ, ਮੁਸੀਬਤਾਂ ਵੀ ਦੇਖਣੀਆਂ ਪੈਂਦੀਆਂ ਹਨ, ਬਿਮਾਰੀਆਂ ਵੀ ਭੋਗਣੀਆਂ ਪੈਂਦੀਆਂ ਹਨ, ਬੇਰੁਜ਼ਗਾਰੀ ਵੀ ਭੋਗਣੀ ਪੈਂਦੀ ਹੈ। ਤੋ ਸੰਤ ਕਹਿੰਦੇ ਹੈ, ਜਿਹੜਾ ਇੱਕ ਵਾਰੀ ਸ਼ਬਦ ਵਿੱਚ ਮਰ ਗਿਆ ਹੈ, ਜਜ਼ਬ ਹੋ ਗਿਆ, ਉਹ ਵਾਰ-ਵਾਰ ਨਹੀਂ ਇੱਥੇ ਚੱਕਰ ਖਾਏਗਾ ਜੀ। ਸ਼ਬਦ ਮਰੈ ਸੋ ਮਰ ਰਹੇ, ਫਿਰ ਮਰੈ ਨ ਦੂਜੀ ਵਾਰ। ਸ਼ਬਦ ਹੀ ਤੇ ਪਾਈਏ, ਹਰ ਨਾਮੇ ਲਗੈ ਪਿਆਰ। ਨਾ ਉਹ ਪਰਮਾਤਮਾ ਜਪਣਾ ਮਿਲਦਾ, ਨਾ ਤਪਨਾ, ਨਾ ਪੂਜਾ, ਨਾ ਪਾਠਨਾ, ਨਾ ਜੰਗਲਾਂ ਪਹਾੜਾਂ ਦੇ ਵਿੱਚ ਜਾਣਨਾ ਮਿਲਦਾ, ਨਾ ਉਹ ਚਿੱਟੇ ਪਾਉਣ ਨਾਲ, ਨਾ ਭਗਵੇਂ ਉਤਾਰਨ ਦੇ ਨਾਲ, ਨਾ ਭਗਵੇਂ ਪਾਉਣ ਨਾਲ, ਨਾ ਕੋਈ ਨੀਲੇ ਪਾਉਣ ਦੇ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਕੋਈ ਓਡੇ ਨੀਲ, ਕੋਈ ਪਹਿਨੇ ਸਫੈਦ। ਸਵਾਲ ਤਾਂ ਨਾਮ ਦੀ ਕਮਾਈ ਕਰਨੀ ਹੈ। ਕਹਿਣ ਲੱਗੇ ਹੋਰ ਕੋਈ ਸਾਧਨ ਹੀ ਨਹੀਂ ਸ਼ਬਦ ਨਾਮ ਦੀ ਕਮਾਈ ਤੋਂ ਬਗੈਰ ਜੀ। ਸ਼ਬਦ ਹੀ ਤੇ ਪਾਈਏ, ਹਰ ਨਾਮੇ ਲਗੇ ਪਿਆਰ। ਬਿਨ ਸ਼ਬਦ ਜਗ ਭੂਲਾ ਫਿਰੇ, ਮਰ ਜਨਮੇ ਵਾਰੋ ਵਾਰ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਜਿੰਨਾ ਚਿਰ ਸ਼ਬਦ ਨਾਮ ਨਹੀਂ ਮਿਲਦਾਗਾ, ਸਾਰੇ ਭੁੱਲੇ ਫਿਰਦੇ ਆ। ਭਾਵੇਂ ਕਿੰਨਾ ਹੀ ਦਿਲ ਦੇ ਵਿੱਚ ਹੰਕਾਰ ਕਰਦੇ ਫਿਰਨ, ਅਸੀਂ ਇੰਨੇ ਦਾਨ ਕੀਤੇ, ਇੰਨੇ ਪੁੰਨ ਕੀਤੇ, ਇੰਨੇ ਅਸੀਂ ਪੜ੍ਹਾਈ ਕਰਦੇ ਹਾਂ। ਕਹਿਣ ਲੱਗੇ ਪਿਆਰੇ, ਬਾਹਰ ਕੌਡੀ ਕੰਮ ਨਹੀਂ। ਅੰਤ ਵੇਲੇ ਕਬੀਰ ਸਾਹਿਬ ਇੱਕ ਜਗ੍ਹਾ ਆਪਦੀ ਬਾਣੀ ਦੇ ਵਿੱਚ ਬੜੀ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਹੈ ਕਿ ਕਿਸ ਤਰ੍ਹਾਂ ਪੇਕੇ ਬੈਠੀ ਜੋ ਔਰਤ ਹੈ ਆਪਦੇ ਪਤੀ ਦੇ ਸੰਦੇਸ਼ ਦੀ ਉਡੀਕ ਕਰਦੀ ਹੈ, ਇਸੇ ਤਰ੍ਹਾਂ ਆਤਮਾ ਜੋ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਉਹ ਵੀ ਮੌਤ ਦਾ ਉਹ ਪਰਮਾਤਮਾ ਪਤੀ ਦੀ ਤਰਫੋਂ ਸੰਦੇਸ਼ ਵੀ ਹੁੰਦਾ ਹੈ, ਬੁਲਾਵਾ ਵੀ ਹੁੰਦਾ ਹੈ। ਹੁਣ ਜਿਨ੍ਹਾਂ ਲੋਕਾਂ ਦੇ ਆਖੇ ਲੱਗ ਕੇ ਅਸੀਂ ਜਪ ਤਪ ਪੂਜਾ ਪਾਠ ਕਰਦੇ ਹਾਂ, ਜਿਹੜੇ ਇਹ ਲਾਰਾ ਲਾਉਂਦੇ ਹੈ, ਕਬੀਰ ਸਾਹਿਬ ਕਹਿਣ ਲੱਗੇ ਕਿ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲਣਗੇ, ਤੁਹਾਨੂੰ ਬਕੁੰਠ ਮਿਲਣਗੇ। ਹੁਣ ਉਹ ਜਦੋਂ ਮੌਤ ਆਉਂਦੀ ਹੈ, ਸਾਡੇ ਦਿਲ ਵਿੱਚ ਇਹ ਹੁੰਦਾ ਹੈ ਕਿ ਬਈ ਹੁਣ ਸਾਨੂੰ ਨਾ ਸਵਰਗ ਮਿਲਣਗੇ ਮਰ ਕੇ। ਇਸੇ ਵਾਸਤੇ ਅਸੀਂ ਆਤਮਘਾਤ ਦੀ ਸੋਚਦੇ ਹਾਂ ਵੀ ਅੱਗੇ ਛੁਟਕਾਰਾ ਹੋ ਜਾਏਗਾ। ਤਾਂ ਉਦੋਂ ਆਉਂਦੇ ਕੌਣ ਹੈ? ਪਤੀ ਦੀ ਉਹ ਡੋਲੀ ਨਹੀਂ ਆਉਂਦੀ ਗੀ, ਉਹ ਜੰਮ ਲੈ ਕੇ ਡੋਲੀ ਆ ਜਾਂਦੇ ਹੈ। ਉਹ 4 ਕੁਹਾਰ ਹੁੰਦੇ ਹੈ, ਉਹਨਾਂ ਨੂੰ ਚੁੱਕ ਲੈ ਜਾਂਦੇ ਹੈ। ਆਤਮਾ ਦੇਖ ਕੇ ਹੈਰਾਨ ਹੁੰਦੀ ਹੈ ਕਿ ਮੇਰੇ ਨਾਲ ਤਾਂ ਉਹਨਾਂ ਨੇ ਲਾਰਾ ਲਾਇਆ ਸੀ ਕਿ ਤੈਨੂੰ ਮਰਨ ਤੋਂ ਬਾਅਦ ਸਵਰਗ ਮਿਲਣਗੇ, ਬਕੁੰਠ, ਤੁਹਾਨੂੰ ਪਾਲਕੀ ਮਿਲੇਗੀ। ਇਹ ਜਾਵਾਂ ਗਏ ਹੈ, ਮੈਨੂੰ ਨਾ ਇੱਥੇ ਮੇਰਾ ਕੋਈ ਸੱਜਣ ਮਿਲਦਾ ਹੈ, ਨਾ ਭੈਣ ਹੈ, ਨਾ ਭਰਾ ਹੈ, ਕੋਈ ਵੀ ਨਹੀਂ। ਉਹ ਉਹਨਾਂ ਜਮਾਂ ਦੇ ਕੇ ਤਰਲੇ ਪਾਉਂਦੀ ਹੈ, ਮਿੰਨਤਾਂ ਕਰਦੀ ਹੈ ਕਿ ਮੈਨੂੰ ਤੁਸੀਂ ਮੇਰੀ ਡੋਲੀ ਨੂੰ ਨਾ ਵਾਪਸ ਲੈ ਜਾਓ, ਮੈਂ ਉੱਥੇ ਆਪਦੀਆਂ ਸਖੀਆਂ ਸਹੇਲੀਆਂ ਨੂੰ ਜਾ ਕੇ ਮਿਲ ਲਵਾਂ। ਹੁਣ ਤੁਹਾਨੂੰ ਪਤਾ ਹੈ ਕਿ ਪਿਆਰਿਓ, ਵਾਪਸ ਕੌਣ ਲਿਆਉਂਦਾ ਹੈ? ਉੱਥੇ ਦੇਖ ਕੇ ਹੈਰਾਨ ਰਹਿ ਜਾਂਦੀ ਆਤਮਾ
ਕਿ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਇੰਨੇ ਲਾਰੇ ਤੇ ਇੰਨੇ ਵਾਅਦੇ ਲਾਏ ਕੀਤੇ ਸੀਗੇ ਉਹ ਅੱਜ ਕਿੱਥੇ ਚਲੇ ਗਏ ਹੈ, ਮੈਂ ਜਮਾਂ ਦੇ ਵਸ ਪਈ ਹੈ। ਤੋ ਸੰਤ ਮਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੌਡੀ ਮੁੱਲ ਨਹੀਂ ਰੱਖਦੇਗੇ। ਉਹ ਕਹਿੰਦੇ ਨਹੀਂ ਵੀ ਪਿਆਰਿਆ, ਗੁਰੂ ਇਹੋ ਜਿਹੇ ਵਾਅਦੇ ਨਹੀਂ ਕਰਦਾ, ਇਹੋ ਜਿਹੇ ਲਾਰੇ ਨਹੀਂ ਲਾਉਂਦਾਗਾ। ਉਹ ਕਹਿੰਦਾ ਦੇਖ ਬਈ, ਸ਼ਬਦ ਨਾਮ ਦੀ ਕਮਾਈ ਕਰੇਗਾ ਤਾਂ ਮੈਂ ਤੈਨੂੰ ਖੁਦ ਹੀ ਲੈਣ ਵਾਸਤੇ ਆ ਜਾਊਂਗਾ। ਸੱਚ ਨੂੰ ਕੀ ਸਰਾਪ ਹੁੰਦਾ ਹੈ, ਆਪਾਂ ਜ਼ਿੰਦਗੀ 'ਚ ਅਨੇਕਾਂ ਹੀ ਦੇਖਦੇ ਹਾਂ ਕਿ ਜਿਹੜੇ ਪ੍ਰੇਮੀ ਹੁੰਦੇ ਹੈ ਜਾਂ ਪਰਿਵਾਰ ਨੇ ਅੱਛਾ ਵਾਤਾਵਰਨ ਬਣਾਇਆ ਹੁੰਦਾ ਹੈ, ਕਈ ਦਿਨ ਪਹਿਲਾਂ ਦੱਸ ਦਿੰਦੇ ਹੈ ਕਿ ਗੁਰੂ ਆਏ ਹੈ। ਜੇ ਅਸੀਂ ਘਰ ਦਾ ਵਾਤਾਵਰਨ ਠੀਕ ਨਹੀਂ ਬਣਾਇਆ, ਕੋਲੇ ਬੇਸਸੰਗੀ ਬੈਠੇ ਹੈ, ਤਾਂ ਉਹ ਬਿਨਾਂ ਦੱਸਿਆਂ ਚਲਿਆ ਜਾਏਗਾ। ਇਹਦਾ ਮਤਲਬ ਇਹ ਨਹੀਂ ਕਿ ਉਹ ਸਰੀਰ ਛੱਡ ਗਿਆ ਹੈ, ਉਹ ਦੱਸ ਕੇ ਨਹੀਂ ਗਿਆ। ਨਹੀਂ, ਗੁਰੂ ਜੇ ਬਾਹਰ ਆਪਦੀ ਮੌਜ ਨਹੀਂ ਵਰਤਾਏਗਾ, ਅਸੂਲ ਸਰੀਰ ਛੱਡਿਆ, ਅੰਡ ਦੇ ਵਿੱਚ ਜਾ ਕੇ ਆਤਮਾ ਦੀ ਸੰਭਾਲ ਕਰਦਾ ਹੈ। ਕਦੇ ਵੀ ਗੁਰੂ ਦਾ ਜਿਸ ਨੂੰ ਨਾਮ ਦਿੱਤਾ ਹੈ, ਜਿਸ ਦੀ ਗੁਰੂ ਨੇ ਸੇਧਾ ਹੀ ਭਰ ਦਿੱਤੀ ਹੈ, ਕਦੇ ਵੀ ਉਹ ਕਾਲ ਦੇ ਹਵਾਲੇ ਨਹੀਂ ਜਾਏਗਾ। ਅਗਰ ਉਹ ਕਾਲ ਦੇ ਹਵਾਲੇ ਜਾਂਦਾ ਹੈ, ਐਸੇ ਗੁਰੂ ਨੂੰ ਮੰਨਣ 'ਚ ਕੀ ਫਾਇਦਾ ਹੋਇਆ ਬਈ। ਸ਼ੇਰ ਦੀ ਸ਼ਰਨ ਗਏ ਜੇ ਫੇਰ ਗਿੱਦੜ ਤੰਗ ਕਰਨ, ਤਾਂ ਕੀ ਫਾਇਦਾ ਹੋਇਆ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ। ਮਹਾਤਮਾ ਜੋ ਵਾਅਦਾ ਕਰਦੇ ਆ ਉਹ ਖੁਦ ਦਾ ਕਰਦੇ ਹੈ, ਲੇਕਿਨ ਸੇਵਕ ਦਾ ਵੀ ਧਰਮ ਹੈ। ਜੋ ਸੇਵਕ ਦੀ ਡਿਊਟੀ ਹੈ ਜੀਵਨ ਨੂੰ ਪਵਿੱਤਰ ਬਣਾਉਣਾ, ਰੋਜ਼-ਰੋਜ਼ ਸ਼ਬਦ ਨਾਮ ਦੀ ਕਮਾਈ ਕਰਨੀ, ਤਾਂ ਪਿਆਰੇ ਸੇਵਕ ਦਾ ਧਰਮ ਹੈ। ਜੇ ਹੁਣ ਸੇਵਕ ਤਾਂ ਆਪਦਾ ਜ਼ਿੰਦਗੀ ਸੁਧਾਰੇ ਨਾ, ਸ਼ਰਾਬਾਂ ਕਬਾਬਾਂ 'ਚ ਲੱਗਿਆ ਰਹੇ, ਫੇਰ ਗੁਰੂ ਦੀ ਉਡੀਕ ਕਰੇ ਕਿ ਗੁਰੂ ਨੇ ਤਾਂ ਕੋਈ ਮੁਆਵਜ਼ਾ ਤਾਂ ਨਹੀਂ ਲਿਆ ਹੁੰਦਾਗਾ। ਗੁਰੂ ਤਾਂ ਮੁਫਤ ਦਾ ਸੇਵਾਦਾਰ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ, ਪਰ ਫਿਰ ਵੀ ਉਹ ਦਿਆਵਾਨ ਹੁੰਦਾ ਹੈ। ਸਤਸੰਗੀ ਦੇ ਹਰ ਜੀਵ ਜੰਤੂ ਨੂੰ ਉਹ ਸਾਂਭਦਾ ਹੈ, ਇਤਨੀ ਉਸ ਦੀ ਦਇਆ ਹੁੰਦੀ ਹੈ। ਇਸ ਵਾਸਤੇ ਆ ਪਿਆਰ ਨਾਲ ਕਰਦੇ, ਕਿਉਂਕਿ ਸਤਿਗੁਰੂ ਦਇਆ ਦਾ ਰੂਪ ਹੈ, ਜਿਸ ਨੂੰ ਦਇਆ ਸਦਾ ਹੋਏ। ਉਹਨਾਂ ਦੇ ਅੰਦਰ ਪ੍ਰਗਟੀ ਦਇਆ ਹੁੰਦੀ ਹੈ। ਉਹ ਕਹਿੰਦਾ ਇਹ ਭੁੱਲ ਗਿਆ ਜੀ। ਬਿਨ ਸ਼ਬਦ ਜਗ ਭੂਲਾ ਫਿਰੇ, ਮਰ ਜਨਮੇ ਵਾਰੋ ਵਾਰ। ਸਭ ਸਾਲਾ ਹੈ ਆਪ ਕੋ, ਵੱਡੋ ਵਡੇਰੀ ਹੋਏ। ਗੁਰੂ ਸਾਹਿਬ ਕਹਿੰਦੇ ਆ, ਜੱਗ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਚਾਰੇ ਵਰਨ ਆ ਜਾਂਦੇ ਹੈ, ਸਭ ਸੰਸਾਰ ਆ ਗਿਆ ਹੈ। ਲੇਕਿਨ ਸਮਾਜਿਕ ਲੋਕ ਕੀ ਕਰਦੇ ਆ, ਆਪੋ ਆਪਣੇ ਰੀਤੀ ਰਿਵਾਜ ਦੀ ਵਡਿਆਈ ਕਰਦੇ ਹੈ ਕਿ ਸਾਡੇ ਤਰੀਕੇ ਨਾਲ ਹੀ ਪ੍ਰਮਾਤਮਾ ਮਿਲੇਗਾ, ਵੱਡੋ ਵਡੇਰੀ। ਕੋਈ ਕਹਿਣ ਦੇ ਨਾਲ ਕਦੇ ਕੋਈ ਵੱਡਾ ਥੋੜ੍ਹਾ ਹੋਇਆ ਹੈ। ਮਤਾ ਦਿਲ ਦੇ ਵਿੱਚ ਖਿਆਲ ਹੋਵੇ। ਮੈਂ ਮਿਸਾਲ ਆਮ ਤੌਰ ਤੇ ਦਿੰਦਾ ਹੁੰਦਾ ਹੈ ਕਿ ਜੇ ਤੁਸੀਂ ਹਾਥੀ ਦੀ ਰੋਜ਼ ਨਿੰਦਿਆ ਕਰੋਗੇ ਕਿ ਜੀ ਇਹ ਹਾਥੀ ਨਹੀਂ, ਇਹ ਤਾਂ ਗਧਾ ਹੈ, ਡੰਕੀ ਹੈ, ਕਹਿਣ ਲੱਗੇ ਉਹ ਡੰਕੀ ਜਾਂ ਗਧਾ ਨਹੀਂ ਬਣ ਜਾਏਗਾ, ਹਾਥੀ ਰਹੇਗਾ। ਤੋ ਜੇ ਤੁਸੀਂ ਗਧੇ ਦੀ ਮਹਿਮਾ ਗਾਉਣ ਲੱਗ ਜਾਓਗੇ, ਬੜਾ ਚੰਗਾ ਹੈ, ਬੜਾ ਚੰਗਾ ਹੈ, ਇਹ ਤਾਂ ਹਾਥੀ ਹੈ, ਇਹਦਾ 6 ਫੁੱਟ ਕੱਦ ਹੈ, ਉਹ ਗਧਾ ਹੀ ਰਹੇਗਾ। ਇਹੀ ਹਾਲਤ ਸਾਡੀ ਹੈ। ਜੇ 10 ਆਦਮੀ ਮਿਲ ਕੇ ਅਸੀਂ ਸੁਸਾਇਟੀ ਬਣਾ ਲਈਏ ਕਿ ਭਈ ਇਹ ਤਾਂ ਬੜੇ ਮਹਾਤਮਾ ਹੈ, ਅਸੀਂ ਇਸ ਅਡੰਬਰ ਨੂੰ ਦੇਖ ਕੇ ਉਹਨਾਂ ਦੇ ਸੇਵਕ ਬਣ ਜਾਈਏ, ਤੁਸੀਂ ਸੋਚ ਕੇ ਦੇਖ ਲਓ, ਕਦੇ ਉਹ ਮਹਾਤਮਾ ਬਣ ਜਾਏਗਾ? ਇਹ ਭੁੱਲ ਹੈ। ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾਗਾ। ਜਿਹੜਾ ਮਹਾਤਮਾ ਹੈ ਉਹ ਮਹਾਤਮਾ ਕਿਹਾ ਸੁਣਨ ਦੇ ਨਾਲ ਨਹੀਂ ਹੁੰਦਾਗਾ। ਉਹਨੂੰ ਨਾ ਵਡਿਆਈ ਦੀ ਲੋੜ ਹੈ, ਨਾ ਉਹ ਮਹਾਤਮਾ ਬਣ ਕੇ ਹੀ ਦਿਖਾਉਂਦਾ ਹੈ। ਉਹ ਉੱਚੇ ਲੰਮੇ ਇਸ਼ਤਿਹਾਰ ਨਹੀਂ ਕੱਢਦਾ ਵੀ ਮੈਂ ਮਹਾਤਮਾ ਹੈ। ਕਦੇ ਹੀਰੇ ਨੇ ਆਪਦਾ ਮੁੱਲ ਕੀਤਾ ਹੈ? ਉਹ ਜੋਹਰੀ ਮੁੱਲ ਪਾਉਂਦੇ ਹੈ ਜੀ। ਸਭ ਸਾਲਾ ਹੈ ਆਪ ਕੋ, ਵੱਡੋ ਵਡੇਰੀ ਹੋਏ। ਗੁਰ ਬਿਨ ਆਪ ਨਾ ਚੀਨੀਏ, ਕਹੇ ਸੁਣੇ ਕਿਆ
ਗੁਰੂ ਸਾਹਿਬ ਪਿਆਰ ਨਾਲ ਕਹਿੰਦੇ ਆ, ਸ਼ਬਦ ਨਾਮ ਦੀ ਕਮਾਈ ਬਗੈਰ ਸਾਡੀ ਆਤਮਾ ਅੰਦਰ ਜਾ ਕੇ ਉਸ ਸ਼ਬਦ ਦੇ ਨਾਲ ਜੁੜ ਨਹੀਂ ਸਕਦੀ। ਕਹਿਣ ਸੁਣਨਾ ਪਿਆਰੇ ਕੁਝ ਨਹੀਂ ਬਣਦਾਗਾ। ਮਤਾ ਦਿਲ ਦੇ ਵਿੱਚ ਖਿਆਲ ਹੋਵੇ ਵੀ ਅਸੀਂ ਕਹਿਣ ਸੁਣ ਕੇ ਕੁਝ ਨਾ ਕੁਝ ਬਣ ਜਾਾਂਗੇ। 4 ਆਦਮੀ ਅਸੀਂ ਰੱਖ ਲਏ। ਪਲਟੂ ਸਾਹਿਬ ਕਹਿੰਦੇ ਹੈ ਕਿ ਫੁੱਟੀ ਅੱਖ ਬਵੇਕ ਕੀ ਲਿਖੇ ਨਾ ਸੰਤ ਸੰਤ, ਜਾ ਕੇ ਸੰਗ 10-20 ਹੈ ਤਿਸਕਾ ਨਾਮ ਮਹੰਤ। 10 ਆਦਮੀ ਸਿਫਤ ਕਰਨ ਲੱਗੇ, ਪਲਟੂ ਸਾਹਿਬ ਕਰਨ ਲੱਗੇ, ਅੱਛੀ ਸੁਸਾਇਟੀ ਬਣਾ ਲਈ ਹੈ, ਅਸੀਂ ਉਹਦੇ ਪ੍ਰਭਾਵ ਹੇਠ ਆ ਜਾਂਦੇ ਹੈ। ਤੋ ਸਾਡੀ ਵੀ ਉਹਨਾਂ ਦਾ ਕਸੂਰ ਵੀ ਨਹੀਂ ਹੁੰਦਾਗਾ, ਢੌਂਗੀ ਲੋਕਾਂ ਦਾ। ਆਪ ਕਹਿੰਦੇ ਸਾਡਾ ਕਸੂਰ ਹੈ, ਸਾਡੀ ਫੁੱਟੀ ਅੱਖ ਵਿਵੇਕ ਕੀ, ਸਾਨੂੰ ਇੰਨੀ ਸਮਝ ਤੋਂ ਕੰਮ ਨਹੀਂ ਲੈਂਦੇ ਅਸੀਂ। ਲਿਖੇ ਨਾ ਸੰਤ ਅਸੰਤ, ਉਹ ਪਿਆਰਿਓ ਸੰਤ ਨਾਮ ਦੀ ਕਮਾਈ ਕਰੇਗਾ, ਕਿਸੇ ਨਾਲ ਹੀਰਖਾ ਨਹੀਂ ਕਰੇਗਾ। ਜੇ ਅਗਰ ਹੀਰਖਾ ਹੀ ਹੈ ਤੋ ਫਿਰ ਸੰਤ ਕਿੱਥੋਂ ਹੋਇਆ? ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਨਿੰਦਿਆ ਕਰਦਾ ਹੈ, ਦੂਸਰੇ ਨੂੰ ਕਹਿੰਦਾ ਉਹ ਠੀਕ ਨਹੀਂ, ਉਹ ਕਿਸ ਤਰ੍ਹਾਂ ਹੋਇਆ? ਨਹੀਂ, ਸੰਤਾਂ ਦੇ ਦਿਲ ਵਿੱਚ ਹਰ ਇੱਕ ਦਾ ਆਦਰ ਹੁੰਦਾ ਹੈ, ਸਨਮਾਨ ਹੁੰਦਾ ਹੈ, ਕਿਉਂਕਿ ਆਤਮਾ ਹਰੇਕ ਵਿੱਚ ਹੀ ਹੈ ਜੀ। ਗੁਰ ਬਿਨ ਆਪਨਾ ਚੀਨੀਏ, ਕਹੇ ਸੁਣੇ ਕਿਆ ਹੋਏ। ਨਾਨਕ ਸ਼ਬਦ ਪਛਾਣੀਏ, ਹਉ ਮੈਂ ਕਰੇ ਨਾ ਕੋਏ। ਗੁਰੂ ਸਾਹਿਬ ਨੇ ਇਹਦੇ ਵਿੱਚ ਸ਼ੁਰੂ 'ਚ ਕਿਹਾ ਸੀਗਾ, ਹੇ ਪਿਆਰੇ ਮਨ, ਹੇ ਭੁੱਲੇ, ਤੂੰ ਕਿਉਂ ਦੁਨੀਆ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਬਾਬਲਾ ਹੋਇਆ ਫਿਰਦਾ, ਬੌਰਾ ਹੋਇਆ ਫਿਰਦਾ ਹੈ? ਤੂੰ ਕੀ ਕਰ, ਗੁਰੂ ਦੇ ਚਰਨਾਂ ਵਿੱਚ, ਪੂਰਨ ਮਹਾਤਮਾ ਦੇ ਚਰਨਾਂ ਵਿੱਚ ਪਹੁੰਚ। ਜੋ ਗੁਰੂ ਕਹਿੰਦਾ ਹੈ ਉਹ ਕਰ। ਤੂੰ ਰੋਜ਼ ਜਮਾਂ ਤੋਂ ਡਰਦਾ ਹੈ, ਜੇ ਜਮ ਡਰਾਉਣੇ ਹੈ ਤੇ ਤੂੰ ਪੂਰਨ ਮਹਾਤਮਾ ਦੀ ਸ਼ਰਨ ਲੈ ਲਾ। ਇਸ ਵਾਸਤੇ ਆਪਾਂ ਪਿਆਰ ਨਾਲ ਕਹਿੰਦੇ ਹੈ, ਇੱਕ ਵਾਰੀ ਸ਼ਬਦ ਨਾਮ ਦੀ ਕਮਾਈ ਕਰਕੇ ਜਦ ਅਸੀਂ ਜਿੰਦੇ ਜੀ ਮਰ ਜਾਂਦੇ ਹੈ, ਸਾਨੂੰ ਵਾਰ-ਵਾਰ ਮਰਨ ਦੇ ਦੁੱਖਾਂ ਤੋਂ ਬਚ ਜਾਂਦੇ ਹੈ। ਸੋ ਆਪ ਨੇ ਪਿਆਰ ਦੇ ਨਾਲ ਸਭ ਕੁਝ ਸਮਝਾ ਕੇ ਆਖਰ ਕੀ ਕਹਿੰਦੇ ਹੈ ਕਿ ਪਿਆਰਿਓ ਸ਼ਬਦ ਨਾਮ ਦੀ ਕਮਾਈ ਕਰੋ, ਜੀਵਨ ਤੁਹਾਡਾ ਅਮੁੱਲ ਹੈ। ਇੱਕ ਵਾਰੀ ਇਹ ਮੌਕਾ ਹੱਥ 'ਚੋਂ ਨਿਕਲ ਗਿਆ, ਵਾਰ-ਵਾਰ ਇਹ ਅਮੋਲਕ ਤੋਹਫਾ ਨਹੀਂ ਮਿਲਣਾਗਾ। ਸੋ ਸਾਨੂੰ ਪਲੈਨਿੰਗਾਂ ਕਰਦਿਆਂ ਨੂੰ ਨਹੀਂ ਰਹਿਣਾ ਚਾਹੀਦਾਗਾ। ਸ਼ਬਦ ਨਾਮ ਦੀ ਕਮਾਈ ਕਰੀਏ, ਜੀਵਨ ਨੂੰ ਪਵਿੱਤਰ ਬਣਾਈਏ। ਜੋ ਸਮਾਂ ਪਰਮਾਤਮਾ ਕਿਰਪਾਲ ਨੇ ਸਾਨੂੰ ਦਿੱਤਾ ਹੈ, ਉਸ ਦੀ ਯੋਗ ਵਰਤੋਂ ਕਰੀਏ।